ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਣਾ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਭਾਓ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 1411 ਅੰਗ ਉੱਪਰ ਦਰਜ ਹੈ। ਮਹਾਰਾਜ ਇੱਥੇ ਲੋਕਾਈ ਨੂੰ ਉਪਦੇਸ਼ ਕਰਦੇ ਨੇ। ਜਨਮ ਦਾ ਕਹਿੰਦੇ ਜਿਹੜਾ ਫਲ ਹੈ, ਜੋ ਨਫਾ ਹੈ, ਜੋ ਲਾਹਾ ਹੈ, ਉਹ ਹੈ ਪਰਮਾਤਮਾ ਦੀ ਪ੍ਰਾਪਤੀ। ਪਰ ਜੇ ਇਸ ਮਨੁੱਖੇ ਜਾਮੇ ਦੇ ਵਿੱਚ ਭਗਤੀ ਨਹੀਂ ਕੀਤੀ, ਹਰਿਆਂ ਭਰਿਆਂ ਕਰਨ ਵਾਲੇ ਪਰਮੇਸ਼ਵਰ ਦੀ ਉਪਾਸਨਾ ਨਹੀਂ ਕੀਤੀ, ਉਹਦੇ ਨਾਲ ਕੋਈ ਭਾਵ ਨਾ ਕੀਤਾ, ਪ੍ਰੇਮ ਨਾ ਕੀਤਾ, ਤੇ ਕਹਿੰਦੇ ਫਿਰ ਇਸ ਮਨੁੱਖੇ ਜਾਮੇ ਦਾ ਕੀ ਲਾਭ ਹੋਇਆ। ਭਾਵੇਂ ਅਜਾਈਂ ਚਲਿਆ ਗਿਆ, ਇਹ ਜਨਮ ਨਿਸਫਲ ਚਲਿਆ ਗਿਆ, ਇਹ ਜੀਵਨ ਜਿਹੜਾ ਹੈ ਅਕਾਰਥ ਚਲਿਆ ਗਿਆ, ਵਿਅਰਥ ਚਲਿਆ ਗਿਆ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਇਸ ਮਨੁੱਖੇ ਜਾਮੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਲਾਹਾ ਖਟਣਾ ਹੈ। ਇਹ ਜੋ ਆਮਦਨੀ ਹੈ ਨਾਮ ਦੀ, ਦਰਗਾਹ ਵਿੱਚ ਇਹੀ ਕੰਮ ਆਵੇਗੀ, ਦਰਗਾਹ ਵਿੱਚ ਇਹੀ ਖਰਚਾ ਚੱਲੇਗਾ। ਦੁਨਿਆਈ ਮਾਇਆ ਉੱਥੇ ਚੱਲ ਨਹੀਂ ਸਕਦੀ। ਸੋ ਭਾਈ ਸਾਹਿਬ ਭਾਈ ਨੰਦ ਲਾਲ ਹੋਣੀ ਵੀ ਮਨੁੱਖੇ ਜਾਮੇ ਦੀ ਖੱਟੀ ਬਾਬਤ ਤੇ ਬਿਆਨ ਕਰਦੇ ਨੇ। ਗਜ਼ਲ ਹੈ ਉਸ ਮਹਾਂਪੁਰਸ਼ ਦੀ, ਖੁਸ਼ ਬਵਦ ਉਮਰ ਕੇ ਦਰ ਯਾਦੇ ਬੇਗੁਜ਼ਰਦ, ਵਰਨਹ ਚੇ ਹਾਸਲ ਅਸਤ ਅਜ਼ੀਂ ਗੁੰਬਦੇ ਕਾਬੂਦ ਮਰਾ। ਕਹਿੰਦੇ ਦੇਖੋ, ਜੇ ਸਿਮਰਨ ਕਰਕੇ ਉਮਰ ਗੁਜ਼ਾਰ ਲਵੋ ਤੇ ਇਹ ਚੰਗੀ ਗੱਲ ਹੈ, ਤੇ ਜੇ ਭਜਨ ਨਹੀਂ ਕਰਨਾ, ਬੰਦਗੀ ਨਹੀਂ ਕਰਨੀ, ਜੀਵਨ ਅਜਾਈਂ ਗਵਾ ਦੇਣਾ ਹੈ, ਤੇ ਫਿਰ ਇਸ ਨੀਲੇ ਗੁੰਬਦ ਥੱਲੇ, ਅਸਮਾਨ ਥੱਲੇ ਆਉਣ ਦਾ ਕੋਈ ਲਾਭ ਨਹੀਂ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਖਟਣਾ ਲਾਹਾ ਸੀ, ਪਰਮਾਤਮਾ ਦੇ ਗੀਤ ਗਾਉਣੇ ਸੀ, ਜੀਵਨ ਸਫਲਾ ਕਰਨਾ ਸੀ।
को फकड़े तो भाव है निरार्थक कर्म, निंदित कर्म, बुरे कर्म, भैड़े कर्म, विकारां विच डुब के कीते हुए कर्म। अजाई बंदा जीवन गलत कर्म करदियां गुजार लैंदा है। लाहा हर भगत धन खटिया, हर सच्चे साहा मन पाया। जेड़ा नाम रूपी लाहा खटेगा, भगती करेगा परमात्मा नूं, ਉਹੀ ਮਨੁੱਖ ਚੰਗਾ ਲੱਗਦਾ ਹੈ। ਜਨਮੇ ਕਾ ਫਲ ਪਾਇਆ, ਕਰਤਾ ਮਨ ਵਸਾਇਆ। ਅਸਲ ਜਨਮ ਦਾ ਇਹੀ ਮਹਾਨ ਲਾਭ ਹੈ, ਫਲ ਹੈ, ਪਰਮਾਤਮਾ ਦੀ ਪ੍ਰਾਪਤੀ ਕਰ ਲੈਣੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਾਈ ਜੇ ਪਰਮਾਤਮਾ ਦੀ ਬੰਦਗੀ ਨਾ ਕੀਤੀ, ਇਹ ਜੀਵਨ ਤੇਰਾ ਨਿਰਾਰਥਕ ਹੀ ਚਲਿਆ ਜਾਵੇਗਾ। ਅੱਗੇ ਬਚਨ ਕਰਦੇ ਨੇ ਮਹਾਰਾਜ, ਪੈਦਾ ਖਾਦਾ ਬਾਦ ਹੈ, ਜਾ ਮਨ ਦੂਜਾ ਭਾਓ। ਜਦੋਂ ਇਨਸਾਨ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਨਾ ਹੋਵੇ, ਨਿਰੰਕਾਰ ਦਾ ਭਾਉ ਨਹੀਂ, ਸੰਸਾਰ ਦਾ ਭਾਉ ਹੈ, ਸੰਸਾਰ ਨਾਲ ਇਹ ਪ੍ਰੇਮ ਕਰੇ, ਤੇ ਮਹਾਰਾਜ ਕਹਿੰਦੇ ਨੇ ਇਹਦਾ ਚੰਗੇ ਬਸਤਰ ਪਹਿਨਣਾ, ਚੰਗੇ ਪਦਾਰਥ ਛਕਣਾ ਸਭ ਬਾਦ ਹੈ। ਵੇਖੋ, ਬਾਦ ਝਗੜੇ ਨੂੰ ਵੀ ਆਪਾਂ ਕਹਿ ਦਿੰਦੇ ਹਾਂ। ਸੰਸਕ੍ਰਿਤ ਵਿੱਚ ਇੱਕ ਲਫ਼ਜ਼ ਹੈ ਵਾਤ, ਹਵਾ ਨੂੰ ਕਹਿੰਦੇ ਨੇ। ਫਾਰਸੀ ਵਿੱਚ ਬਾਦ ਹੈ, ਇਹ ਵੀ ਹਵਾ ਨੂੰ ਕਹਿੰਦੇ ਨੇ। ਹੁਣ ਇੱਥੋਂ ਇਹ ਮੁਹਾਵਰਾ ਬਣ ਜਾਂਦਾ ਹੈ ਵੀ ਜਿਵੇਂ ਹਵਾ ਵਗਦੀ ਹੈ, ਇਹ ਵਿਅਰਥ ਹੈ। ਮੁਰਾਦ ਹੈ ਫੋਕੀ ਹਵਾ ਵਗ ਰਹੀ ਹੈ। ਬਾਦ ਦਾ ਮਤਲਬ ਇੱਥੋਂ ਬਣਿਆ ਵੀ ਐਵੇਂ ਫੋਕੀਆਂ ਗੱਲਾਂ ਕਰੀ ਜਾਣੀਆਂ, ਐਵੇਂ ਝਗੜੇ ਕਰੀ ਜਾਣੇ, ਬਹਿਸ ਕਰੀ ਜਾਣੀ। ਬਾਦ ਦਾ ਮਤਲਬ ਹੈ ਵਿਅਰਥ, ਝੂਠਾ ਝਗੜਾ। ਮਹਾਰਾਜ ਕਹਿੰਦੇ ਨੇ, ਚੰਗਾ ਪਹਿਨਿਆ, ਚੰਗਾ ਖਾਦਾ, ਤੇਰਾ ਵਿਅਰਥ ਹੈ ਜੇ ਪਰਮਾਤਮਾ ਦੇ ਤੂੰ ਗੀਤ ਨਹੀਂ ਗਾਉਂਦਾ। ਬਾਣੀ ਚਾਹੁੰਦਾ ਹੈ ਨਾ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ, ਮਨ ਮਹਿ ਚਲ ਹੈ ਵਿਕਾਰ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਣੀ ਇਹ ਸਮਝਾਉਂਦੀ ਹੈ, ਬਹੁਤੀ ਚਮਕ ਦਮਕ ਵਾਲੇ ਜਦੋਂ ਅਸੀਂ ਵਸਤਰ ਪਹਿਨਦੇ ਹਾਂ, ਨੰਗੇਜ ਦੁਨੀਆ ਨੂੰ ਵਿਖਾਉਨੇ ਆ, ਜਿਸ ਨੂੰ ਵੇਖ ਕੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ। ਭੜਕੀਲੇ ਵਸਤਰ ਵੇਖ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪ੍ਰਗਟ ਹੁੰਦੇ ਨੇ। ਜਦੋਂ ਵਿਕਾਰ ਪੈਦਾ ਹੋਏ ਤੇ ਮਹਾਰਾਜ ਕਹਿੰਦੇ ਜੀਵਨ ਨਰਕ ਵਰਗਾ ਹੋ ਗਿਆ, ਵਿਅਰਥ ਚਲਿਆ ਗਿਆ। ਏਦਾਂ ਹੀ ਮਹਾਰਾਜ ਕਹਿੰਦੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚਲੈ ਵਿਕਾਰ। ਕਹਿੰਦੇ 36 ਪ੍ਰਕਾਰ ਦੇ ਭੋਜਨ ਛਕਦਾ ਹੈ, ਸਰੀਰ ਰੋਗੀ ਹੋ ਜਾਂਦਾ ਹੈ। ਮਨ ਵਿੱਚ ਵੀ ਵਿਕਾਰ ਚੱਲਦੇ ਨੇ, ਬਹੁਤਾ ਖਾਓਗੇ ਨੀਂਦਰਾ ਚੜਿਆ ਰਹਿਣਾ ਹੈ, ਦਲਿੱਦਰ ਵਧੇਗਾ, ਨਾਮ ਜਪਿਆ ਨਹੀਂ ਜਾਣਾ, ਸੰਸਾਰ ਦੇ ਮੋਹ ਵਿੱਚ ਗਰਕ ਹੋ ਜਾਵਾਂਗੇ, ਵਿਕਾਰਾਂ ਵਿੱਚ ਡੁੱਬ ਜਾਵਾਂਗੇ। ਤਾਂ ਹੀ ਤੇ ਫਰੀਦ ਜੀ ਮਹਾਰਾਜ ਨੇ ਸਮਝਾਇਆ ਸੀ, ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਮਹਾਰਾਜ ਕਹਿੰਦੇ ਨੇ, ਭਾਈ ਮੈਂ ਸੁੱਕੀ ਰੋਟੀ ਖਾਣਾ ਹੈ ਸਰੀਰ ਨੂੰ ਚੱਲਦਿਆਂ ਰੱਖਣ ਲਈ, ਮੈਂ ਬਹੁਤਾ ਭੋਜਨ ਨਹੀਂ ਛਕਦਾ। ਕਾਰਨ ਕੀ ਹੈ? ਸਰੀਰ ਨੂੰ ਕਈ ਰੋਗ ਪੈਦਾ ਹੋ ਜਾਂਦੇ ਨੇ, ਦਲਿੱਦਰ ਪੈਦਾ ਹੁੰਦਾ ਹੈ, ਫਿਰ ਨਾਮ ਨਹੀਂ ਜਪਿਆ ਜਾਂਦਾ, ਜੀਵਨ ਵਿਅਰਥ ਚਲਿਆ ਜਾਵੇਗਾ। ਦੂਸਰਾ ਪੱਖ ਮਹਾਰਾਜ ਦੱਸਦੇ ਨੇ, ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ।
ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਨੇ, ਉਹਨਾਂ ਦਾ ਖਾਣਾ ਪਹਿਨਣਾ ਵੀ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਨੰਗੇਜ ਵਿਖਾਈਏ, ਬਹੁਤੇ ਚਮਕੀਲੇ ਭੜਕੀਲੇ ਕੱਪੜੇ ਪਹਿਨੀਏ ਜਿਹਦੇ ਕਾਰਨ ਵਿਕਾਰ ਪੈਦਾ ਹੋਣ। ਸਾਦੇ ਬਸਤਰ ਪਹਿਨਣੇ ਚਾਹੀਦੇ ਨੇ, ਸਾਦਾ ਲਿਬਾਸ ਪਹਿਨਣਾ ਚਾਹੀਦਾ ਹੈ, ਸਰੀਰ ਦੀ ਸੰਭਾਲ ਕਰਨੀ ਚਾਹੀਦੀ ਹੈ, ਬੜਾ ਕੀਮਤੀ ਮਨੁੱਖਾ ਜਾਮਾ ਹੈ। ਛਕਣਾ ਵੀ ਸਾਦਾ ਹੀ ਚਾਹੀਦਾ ਹੈ। ਜ਼ਿਆਦਾ ਛਕਣ ਦੇ ਨਾਲ ਕਈ ਰੋਗ ਸੋਗ ਪੈਦਾ ਹੁੰਦੇ ਨੇ। ਔਰ ਪਰਮਾਤਮਾ ਨੂੰ ਯਾਦ ਰੱਖੋ, ਫਿਰ ਪਹਿਨਿਆ ਖਾਧਾ ਇਹ ਸਭ ਪਵਿੱਤਰ ਹੋ ਜਾਂਦਾ ਹੈ। ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਹੁਕਮ ਕਰਦੇ ਨੇ, ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆਲਾਓ। ਪਰਮਾਤਮਾ ਦੇ ਜੋ ਗੀਤ ਨਹੀਂ ਗਾਉਂਦਾ ਇਨਸਾਨ, ਉਹ ਝੂਠੇ ਜਗਤ ਨੂੰ ਵੇਖ ਕੇ ਹੀ ਉਮਰ ਗੁਜ਼ਾਰ ਦਿੰਦਾ ਹੈ। ਨਾਸ਼ਵਾਨ ਸੰਸਾਰ ਨੂੰ ਹੀ ਵੇਂਦਿਆਂ ਉਮਰਾਂ ਬਤੀਤ ਕਰ ਲੈਂਦਾ ਹੈ। ਕਦੇ ਗੁਰੂ ਦੇ ਦਿਦਾਰੇ ਨਹੀਂ ਕਰਨੇ, ਕਦੇ ਸੰਗਤ ਵਿੱਚ ਨਹੀਂ ਬਹਿਣਾ, ਮਹਾਂਪੁਰਸ਼ਾਂ ਦੇ ਦਿਦਾਰੇ ਨਹੀਂ ਕਰਨੇ, ਦੁਨੀਆ ਦੀ ਰੰਗੀਨੀ ਵਿੱਚ ਹੀ ਨਿਗਾਹ ਲਾ ਛੱਡਦਾ ਹੈ। ਉਹਦਾ ਵੇਖਿਆ ਵੀ ਝੂਠ ਹੈ, ਉਹ ਸੁਣਦਾ ਵੀ ਝੂਠੇ ਹੀ ਬੋਲ ਨੇ। ਗੰਦੇ ਮੰਦੇ ਗੀਤ ਤੋਂ ਸੁਣੇਗਾ, ਨਾਸ਼ਵੰਤ ਜਗਤ ਦੀਆਂ ਬਾਤਾਂ ਉਹ ਸੁਣੇਗਾ, ਚੁਗਲੀ ਨਿੰਦਾ ਸੁਣੇਗਾ। ਜਦੋਂ ਸੁਣੇਗਾ ਹੀ ਝੂਠ, ਕੁਫਰ, ਉਹਦੀ ਜ਼ੁਬਾਨ ਵੀ ਝੂਠ ਹੀ ਬੋਲੇਗੀ। ਉਹ ਸਦਾ ਝੂਠ ਬੋਲਦਾ ਹੈ, ਮੁਖ ਤੋਂ ਅਲਾਓ ਭਾਵ ਝੂਠ ਹੀ ਕਥਨ ਕਰੇਗਾ, ਅਸਤਿਆ ਬੋਲ ਬੋਲੇਗਾ, ਮਿਥਿਆ ਬੋਲ ਬੋਲੇਗਾ। ਆਲਾਪ ਹੀ ਉਹਦਾ ਝੂਠਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਝੂਠੇ ਜਗਤ ਨਾਲ ਜੁੜਿਆ ਰਹਿੰਦਾ ਹੈ, ਨਿਰੰਕਾਰ ਛੱਡ ਦਿੰਦਾ। ਇਹ ਇਉਂ ਹੈ, ਕੌਡੀ ਨੂੰ ਜੱਫੀ ਪਾ ਲਈ, ਹੀਰਾ ਛੱਡ ਦਿੱਤਾ। ਪਰਮਾਤਮਾ ਨੂੰ ਛੱਡਿਆ, ਹੀਰਾ ਛੱਡ ਕੇ ਕੱਚ ਨੂੰ ਫੜੀ ਬੈਠਾ ਹੈ। ਮਨ ਝੂਠਾ ਜਮ ਜੋਹਿਆ, ਅਵਗੁਣ ਚੱਲਹਿ ਨਾਲ। ਝੂਠ ਬੜਾ ਵੱਡਾ ਔਗਣ ਹੈ। ਜਿਹੜਾ ਝੂਠ ਮਾਰਦਾ ਹੈ, ਜਮ ਜੋਹਿਆ, ਜਮਾਂ ਦੀ ਨਜ਼ਰ ਚੜ ਜਾਂਦਾ ਹੈ, ਜਮਾਂ ਦੀ ਮਾਰ ਉਸਨੂੰ ਭੋਗਣੀ ਪੈਂਦੀ ਹੈ। ਦਾ ਮੈਸੇਂਜਰ ਆਫ ਡੈਥ, ਮੌਤ ਦਾ ਦੇਵਤਾ ਉਹਨਾਂ ਨੂੰ ਮਾਰਦਾ ਹੈ। ਝੂਠ ਦੀ ਇਹ ਸਜ਼ਾ ਹੈ। ਨਾਮ ਬਿਨਾ ਨਾਹੀ ਦਰ ਢੋਈ, ਝੂਠਾ ਆਵਣ ਜਾਣ। ਪਰਮਾਤਮਾ ਦੇ ਨਾਮ ਤੋਂ ਬਿਨਾ ਢੋਈ ਨਹੀਂ ਮਿਲਣੀ। ਦਰਗਾਹ ਦੇ ਵਿੱਚ ਗੁਰੂ ਪਰਮੇਸ਼ਰ ਦੇ ਚਰਨ ਨਹੀਂ ਮਿਲਣੇ। ਆਵਾਗਮਨ ਵਿੱਚ ਝੂਠਾ ਬੰਦਾ ਪਿਆ ਰਵੇਗਾ। ਕਦੇ ਆਵੇਗਾ, ਕਰਮ ਭੋਗ ਕੇ ਦੁਨੀਆ ਤੋਂ ਚਲੇ ਜਾਵੇਗਾ, ਫਿਰ ਜੂਨ ਵਿੱਚ ਆਵੇਗਾ, ਫਿਰ ਜਾਵੇਗਾ। The false come and go in reincarnations। ਝੂਠਾ ਬੰਦਾ ਕਈਆਂ ਜੂਨਾਂ ਵਿੱਚ ਭਰਮਾਇਆ ਜਾਂਦਾ ਹੈ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਨਕ ਨਾਮ ਸਾਲਾਹ ਤੂੰ, ਹੋਰ ਹਉਮੈ ਆਵੋ ਜਾਓ। ਮਹਾਰਾਜ ਕਹਿੰਦੇ ਨੇ, ਹੇ ਪ੍ਰਾਣੀ, ਪਰਮਾਤਮਾ ਦੇ ਨਾਮ ਨੂੰ ਸਲਾਹੁਣਾ ਕਰ। ਬੜੇ ਉਹਦੇ ਨਾਮ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜਾਪ ਸਾਹਿਬ ਵਿੱਚ ਕਹਿੰਦੇ ਨੇ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਤੇਰੇ ਸਾਰੇ ਨਾਂ ਕੋਈ ਵੀ ਨਹੀਂ ਜਾਣਦਾ। ਜਿੰਨੇ ਕੁ ਮਤ ਵਿੱਚ ਆਉਂਦੇ ਨੇ ਸਭ ਬੋਲਦੇ ਨੇ। ਸੋ ਨਾਮ ਉਹਦੇ ਕੀ ਨੇ? ਰਹਿਮ ਕਰਦਾ ਹੈ ਰਹੀਮ ਕਹਿੰਦੇ ਹੋ, ਕਰਮ ਕਰਦਾ ਹੈ ਕਰੀਮ ਕਹਿੰਦੇ ਹੋ, ਦਇਆ ਕਰਦਾ ਹੈ ਦਿਆਲੂ ਕਹਿੰਦੇ ਹੋ, ਅਚਰਜ ਰੂਪ ਹੈ ਵਾਹਿਗੁਰੂ ਕਹਿੰਦੇ ਹੋ, ਖੁਦਾ ਤੋਂ ਭਾਵ ਹੈ ਜੋ ਖੁਦ ਪ੍ਰਗਟ ਹੈ। ਐਸੇ ਆਪਾਂ ਨਾਂ ਪਾਏ ਹੋਏ ਨੇ। ਸੋ ਇਹਨਾਂ ਨਾਵਾਂ ਦੀ ਸੰਭਾਲ ਕਰੋ, ਇਹਨਾਂ ਨਾਵਾਂ ਨੂੰ ਜਪਿਆ ਕਰੋ। ਹੋਰ ਜਿਹੜਾ ਸੰਸਾਰ ਦੇ ਪਦਾਰਥਾਂ ਦਾ ਮੋਹ ਹੈ, ਸੰਸਾਰੀ ਰੁਤਬਿਆਂ ਵਿੱਚ ਪ੍ਰਗਟ ਹੋਈ ਹਉਮੈ ਹੈ, ਕਹਿੰਦੇ
ਇਹਨਾਂ ਵਿੱਚ ਪਾਓਗੇ ਤੇ ਆਵਾਗਮਨ ਮਿਲੇਗਾ। 84 ਲੱਖ ਜੂਨਾਂ ਵਿੱਚ ਪੈ ਜਾਓਗੇ, ਜਨਮ ਮਰਨ ਦੇ ਗੇੜ ਵਿੱਚ ਹੀ ਪਏ ਰਹੋਗੇ। ਨਾਮ ਜਪਿਆ ਕਰੋ, ਨਾਮ ਆਰਾਧਿਆ ਕਰੋ, ਜਿਸ ਕਰਕੇ ਹਉਮੈ ਮਿਟਦੀ ਹੈ, ਮੈਂ ਮਿਟਦੀ ਹੈ। ਜਿਸ ਦੀ ਮੈਂ ਮਿਟ ਗਈ ਉਹ ਪ੍ਰਮਾਤਮਾ ਤਾਈਂ ਪਹੁੰਚਦਾ ਹੈ। ਨਾਵਹੁ ਭੂਲੀ ਜੇ ਫਿਰਾ, ਫਿਰ ਆਵੋ ਜਾਓ। ਨਾਮ ਨਹੀਂ ਜਪੋਗੇ ਤੇ ਆਉਂਦੇ ਜਾਂਦੇ ਰਹੋਗੇ ਜੂਨਾਂ ਦੇ ਵਿੱਚ। ਰਾਮ ਨਾਮ ਸਾਲਾਹਾ ਤੂੰ, ਫਿਰ ਆਵਣ ਜਾਣ ਨਾ ਹੋਏ। ਜੇ ਪ੍ਰਮਾਤਮਾ ਦਾ ਨਾਮ ਤੁਸੀਂ ਸਦਾ ਆਰਾਧਦੇ ਰਹੋਗੇ ਤੇ ਫਿਰ ਤੁਹਾਡਾ ਆਵਾਗਮਨ ਜਿਹੜਾ ਹੈ ਉਹ ਨਹੀਂ ਹੋਵੇਗਾ, ਮਿਟ ਜਾਵੇਗਾ। ਅਗਲੇ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਹੈਨ ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਮਹਾਰਾਜ ਕਹਿੰਦੇ ਨੇ ਦੁਨੀਆ ਦੇ ਉੱਤੇ ਬੜੇ ਵਿਰਲੇ ਫਕੀਰ ਹੁੰਦੇ ਨੇ, ਮਹਾਂਪੁਰਸ਼ ਹੁੰਦੇ ਨੇ। ਵਿਰਲੇ ਦਾ ਮਤਲਬ ਅਲੱਗ ਵੀ ਹੈ, ਸੰਸਾਰੀਆਂ ਨਾਲੋਂ ਜਿਨ੍ਹਾਂ ਦਾ ਜੀਵਨ ਬੜਾ ਵੱਖ ਹੁੰਦਾ ਹੈ, ਅਲੱਗ ਹੁੰਦਾ ਹੈ। ਸੰਸਾਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਜਕੜੇ ਰਹਿੰਦੇ ਨੇ, ਸਾਧੂ ਨਿਰੰਕਾਰ ਦੇ ਮੋਹ ਵਿੱਚ ਜਕੜੇ ਰਹਿੰਦੇ ਨੇ। ਬੜੇ ਥੋੜੇ ਨੇ ਐਸੇ ਮਹਾਂਪੁਰਸ਼ ਜਿਨ੍ਹਾਂ ਦੇ ਚਿੱਤ ਵਿੱਚ ਪ੍ਰਮਾਤਮਾ ਪ੍ਰਗਟ ਹੈ। ਦੂਸਰੀ ਤਰਫ ਦੁਨੀਆ ਦੇ ਉੱਤੇ ਬਹੁਤੇ ਘਣੇ ਉਹ ਲੋਕ ਨੇ ਜਿਨ੍ਹਾਂ ਨੂੰ ਫੱਕੜ ਕਿਹਾ ਹੈ। ਤੇ ਫੱਕੜ ਦਾ ਮਤਲਬ ਹੈ ਜਿਹੜੇ ਖਰਾਬੀਆਂ ਕਰਦੇ ਨੇ, ਜਿਹੜੇ ਵਿਕਾਰਾਂ ਵਿੱਚ ਡੁੱਬੇ ਰਹਿੰਦੇ ਨੇ, ਜਿਹੜੇ ਬੁਰੇ ਕਰਮ ਕਰਦੇ ਨੇ, ਜਿਹੜੇ ਰੱਬ ਦਾ ਦਿੱਤਾ ਤੇ ਖਾਂਦੇ ਨੇ ਪਰ ਰੱਬ ਦਾ ਸ਼ੁਕਰੀਆ ਅਦਾ ਨਹੀਂ ਕਰਦੇ, ਜਿਹੜੇ ਰੱਬ ਨੂੰ ਭੁਲਾ ਕੇ ਬੈਠੇ ਨੇ, ਮੰਦਾ ਬੋਲਦੇ ਨੇ। ਸਤ ਸੰਤੋਖ ਦਇਆ ਧਰਮ ਜਿਨ੍ਹਾਂ ਦੇ ਨੇੜੇ ਨਹੀਂ ਟੁਕਦਾ, ਸੋ ਐਸੇ ਮਨਮੁਖ ਦੁਨੀਆ ਤੇ ਬੇਅੰਤ ਨੇ। ਸੰਤ ਬੜੇ ਵਿਰਲੇ ਨੇ, ਬੜੇ ਥੋੜੇ ਨੇ। ਇਹ ਜਿਹੜਾ ਫੈਲ ਲਫ਼ਜ਼ ਹੈ ਨਾ, ਇਹ ਅਰਬੀ ਦਾ ਲਫ਼ਜ਼ ਹੈ ਤੇ ਫੈਲ ਦਾ ਭਾਵ ਹੁੰਦਾ ਹੈ ਕਰਮ ਕਿਰਿਆ। ਕਿਹੜੇ ਲੋਕ ਬੜੇ ਨੇ? ਜਿਨ੍ਹਾਂ ਦਾ ਕਰਮ ਫੱਕੜਾਂ ਵਾਲਾ ਹੈ, ਫਲ ਰਹਿਤ ਕਰਮ, ਜਿਹਦਾ ਕੋਈ ਫਲ ਨਹੀਂ ਮਿਲੇਗਾ। ਕੁਕਰਮ ਅਨਾਚਾਰੀ ਲੋਕ ਦੁਨੀਆ ਤੇ ਬਹੁਤ ਨੇ। ਸੋ ਮਹਾਰਾਜ ਕਹਿੰਦੇ ਨੇ ਜਗ ਮਹਿ ਉੱਤਮ ਕਾਢੀਐ ਹੈ, ਵਿਰਲੇ ਕਈ ਕੇ। ਉੱਤਮ ਮਹਾਤਮਾ ਬੜੇ ਦੁਨੀਆ ਤੇ ਘੱਟ ਹੁੰਦੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਮੁਹੱਬਤ ਜਿਸ ਖੁਦਾਏ ਦੀ, ਰਤਾ ਰੰਗ ਚਲੂਲ ਨਾਨਕ ਵਿਰਲੇ ਪਾਈਐ ਹੈ, ਤਿਸ ਜਨ ਕੀਮ ਨਾ ਮੂਲ। ਬੜੇ ਥੋੜੇ ਨੇ ਪ੍ਰਮਾਤਮਾ ਨਾਲ ਮੁਹੱਬਤ ਕਰਨ ਵਾਲੇ ਮਹਾਤਮਾ, ਜਿਹੜੇ ਪ੍ਰੇਮ ਦੇ ਗੂੜੇ ਲਾਲ ਰੰਗ ਵਿੱਚ ਰੰਗੇ ਹੋਏ ਨੇ। ਬੜੀ ਘੱਟ ਗਿਣਤੀ ਹੈ ਉਹਨਾਂ ਦੀ, ਔਰ ਕੀਮਤ ਨਹੀਂ ਪਾਈ ਜਾ ਸਕਦੀ। ਹੀਰੇ ਥੋੜੇ ਹੁੰਦੇ ਨੇ ਤਾਂ ਹੀ ਬੇਸ਼ਕੀਮਤੀ ਹੁੰਦੇ ਨੇ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹਿ ਨਿਰਾਰੇ। ਬੜੇ ਥੋੜੇ ਮਹਾਤਮਾ ਨੇ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਸੰਸਾਰ ਤੋਂ ਨਿਰਾਰੇ ਰਹਿਣ, ਸੰਸਾਰ ਦੇ ਮੋਹ ਤੋਂ ਬਚ ਕੇ ਰਹਿਣ। ਜਿਹੜੇ ਇਸ ਤਰ੍ਹਾਂ ਦੇ ਮਹਾਂਪੁਰਸ਼ ਨੇ, ਆਪ ਤਰਹਿ ਸੰਗਤ ਕੁਲ ਤਾਰਾ ਹੈ, ਤਿਨ ਸਫਲ ਜਨਮ ਜਗ ਆਇਆ। ਉਹਨਾਂ ਦਾ ਦੁਨੀਆ ਤੇ ਆਉਣਾ ਸਫਲਾ ਏ। ਉਹ ਆਪ ਵੀ ਮੁਕਤ, ਉਹਨਾਂ ਦੀਆਂ ਕੁਲਾਂ ਵੀ ਤਰਦੀਆਂ ਨੇ, ਉਹਨਾਂ ਦੀ ਸੰਗਤ ਵੀ ਮੁਕਤ ਹੋ ਜਾਇਆ ਕਰਦੀ ਹੈ। ਦੇ ਸੇਵ themselves ਐਂਡ ਸੇਵ all their associates, ਆਪਣੇ ਸੰਗੀਆਂ ਸਾਥੀਆਂ ਨੂੰ ਵੀ ਮੁਕਤ ਕਰਵਾ ਲੈਂਦੇ ਨੇ। ਐਂਡ their ancestors, ਕੁਲਾਂ ਨੂੰ ਵੀ ਮੁਕਤ ਕਰਵਾ ਲੈਂਦੇ ਨੇ। ਉਹਨਾਂ ਦਾ ਆਉਣਾ ਦੁਨੀਆ ਤੇ ਸਫਲਾ ਹੈ। ਮਹਾਰਾਜ ਅੱਗੇ ਗੁਰੂ ਨਾਨਕ ਸਾਹਿਬ ਹੁਕਮ ਕਰਦੇ ਨੇ, ਨਾਨਕ ਲੱਗੀ ਤੁਰ ਮਰੈ, ਜੀਵਨ ਨਾਹੀ ਤਾਣ। ਇਸ ਸ਼ਲੋਕ ਵਿੱਚ ਮਹਾਰਾਜ ਕਹਿੰਦੇ ਨੇ, ਇੱਥੇ ਲਫ਼ਜ਼ ਵਰਤਿਆ ਹੈ ਬਾਪੂ ਨੇ ਤੁਰ। ਤੁਰ ਦਾ ਮਤਲਬ ਹੁੰਦਾ ਤੁਰੰਤ, ਲੱਗੀ ਦਾ ਮਤਲਬ ਹੈ ਚੋਟ।
ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਦੇ ਸ਼ਬਦ ਦਾ ਤੀਰ ਲੱਗਿਆ, ਚੋਟ ਲੱਗੀ, ਪ੍ਰੇਮ ਲੱਗਿਆ, ਉਹ ਜਿਹੜੇ ਮਹਾਤਮਾ ਨੇ ਜੀਵਨ ਨਾਹੀ ਤਾਣ, ਉਹਨਾਂ ਦੇ ਅੰਦਰ ਸਵਾਰਥ ਰੰਚਕ ਮਾਤਰ ਨਹੀਂ ਰਿਹਾ, ਥੋੜਾ ਵੀ ਜ਼ੋਰ ਉਹਨਾਂ ਦੇ ਅੰਦਰ ਵਿਕਾਰਾਂ ਦਾ ਨਹੀਂ ਰਿਹਾ, ਸੰਸਾਰ ਦੀ ਤਰਫ ਤੋਂ ਉਹ ਜਿਹੜਾ ਮੋਹ ਹੈ ਉਹ ਛੱਡ ਦਿੰਦੇ ਨੇ, ਉਧਰ ਨੂੰ ਬਲ ਨਹੀਂ ਉਹ ਲਾਉਂਦੇ, ਉਹ ਸਾਰਾ ਬਲ ਪ੍ਰਮਾਤਮਾ ਦੇ ਪ੍ਰੇਮ ਵਿੱਚ ਚੌਂਕੜਾ ਲਾ ਕੇ ਉਹਦਾ ਨਾਮ ਜਪਣ ਵਿੱਚ ਲਾਉਂਦੇ ਨੇ। ਸੋ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਪ੍ਰੀਤ ਲੱਗੀ ਹਰ ਨਾਮ ਸਿਓ, ਇਹ ਹਸਤੀ ਘੋੜੇ ਰਾਜ ਮਿਲਖ ਖੁਸ਼ੀਆ ਘਣੀ, ਧਿਆਏ ਮੁਖ ਨਾ ਮੋੜੇ। ਉਹਨਾਂ ਮਹਾਂਪੁਰਸ਼ਾਂ ਲਈ ਹਾਥੀ ਘੋੜੇ ਵੀ ਪ੍ਰਮਾਤਮਾ ਦਾ ਨਾਮ ਹੀ ਹੈ, ਉਹਨਾਂ ਮਹਾਂਪੁਰਸ਼ਾਂ ਲਈ ਤਖਤੋ ਤਾਜ ਵੀ ਪ੍ਰਮਾਤਮਾ ਦਾ ਹੀ ਨਾਮ ਹੈ। ਸਭ ਖੁਸ਼ੀਆਂ ਖੇੜੇ ਨਾਮ ਵਿੱਚ ਹੀ ਉਹਨਾਂ ਨੂੰ ਹਾਸਲ ਹੁੰਦੇ ਨੇ, ਸੰਸਾਰ ਦਾ ਉਹ ਮੋਹ ਨਹੀਂ ਕਰਦੇ, ਮੁਖ ਮੋੜ ਲੈਂਦੇ ਨੇ ਨਾਨਕ। ਮਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੇ, ਉਹ ਮੰਗਦੇ ਹੀ ਪ੍ਰਮਾਤਮਾ ਨੂੰ ਨੇ, ਇਹੀ ਉਹਨਾਂ ਨੂੰ ਚਾਅ ਹੈ। ਉਹ ਆਪਣਾ ਬਲ ਪ੍ਰਮਾਤਮਾ ਦਾ ਨਾਮ ਜਪਣ ਵਿੱਚ ਲਾਉਂਦੇ ਨੇ, ਸੰਸਾਰ ਦੇ ਕਾਰ ਵਿਵਹਾਰ ਕਰਨ ਵੱਲੋਂ ਉਹ ਵੱਖ ਹੋ ਗਏ ਨੇ, ਨਿਰਾਰੇ ਹੋ ਗਏ ਨੇ। ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਚੋਟੈ ਛੇਤੀ ਜੋ ਮਰੈ, ਲੱਗੀ ਸਾ ਪਰਵਾਣ। ਚੋਟ ਦਾ ਮਤਲਬ ਤੁਸੀਂ ਸਮਝਦੇ ਹੀ ਹੋ, ਪ੍ਰਹਾਰ ਕਰਨਾ, ਆਘਾਤ ਕਰਨਾ। ਮਹਾਰਾਜ ਕਹਿੰਦੇ ਨੇ ਜਦੋਂ ਪ੍ਰਮਾਤਮਾ ਦੇ ਗੁਰੂ ਦੇ ਸ਼ਬਦ ਦਾ ਤੀਰ ਲੱਗਿਆ, ਚੋਟ ਲੱਗੀ, ਸੱਟ ਲੱਗੀ, ਆਪਾ ਭਾਵ ਮਿਟ ਗਿਆ, ਮੈਂ ਮਿਟ ਗਈ, ਮੇਰੀ ਮਿਟ ਗਈ, ਹੰਕਾਰ ਮਿਟ ਗਿਆ, ਜਿਹੜੀ ਮੈਂ ਦੀ ਰੱਟ ਲਾਉਂਦਾ ਸੀ ਰੋਜ਼ ਉਹ ਮਿਟ ਗਈ, ਤੂੰ ਦੀ ਬਾਤ ਚੱਲ ਪਈ, ਜੋ ਕੁਝ ਵੀ ਹੈ ਪਰਮੇਸ਼ਵਰ ਹੈ। ਐਸੀ ਜਿਨ੍ਹਾਂ ਦੀ ਪ੍ਰੀਤੀ ਗੁਰੂ ਚਰਨਾਂ ਵਿੱਚ ਲੱਗੀ ਹੈ ਵੀ ਸਭ ਕੁਝ ਤੂੰ ਹੀ ਹੈ, ਉਹਨਾਂ ਦੀ ਲੱਗੀ ਹੋਈ ਪ੍ਰੀਤ, ਉਹਨਾਂ ਦਾ ਜੀਵਨ ਸਫਲਾ ਹੈ। ਉਹ ਲੋਕ ਦੁਨੀਆ ਤੇ ਆਏ ਪ੍ਰਵਾਨ ਨੇ ਜਿਨ੍ਹਾਂ ਨੂੰ ਸ਼ਬਦ ਦੀ ਚੋਟ ਲੱਗ ਗਈ, ਜਿਨ੍ਹਾਂ ਨੇ ਸੰਸਾਰ ਦਾ ਤਿਆਗ ਕਰ ਦਿੱਤਾ, ਉਹ ਮਨਜ਼ੂਰ ਹੋਏ ਦੁਨੀਆ ਤੇ, ਪ੍ਰਮਾਣੀਕ ਹੋਏ ਦੁਨੀਆ ਦੇ ਉੱਤੇ। ਗੁਣ ਕੀ ਮਾਰੀ ਹਉ ਮੁਈ ਸ਼ਬਦ ਰਤੀ ਮਨ ਚੋਟ, ਅਸਥਿਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ। ਮਹਾਰਾਜ ਜਿਨ੍ਹਾਂ ਨੂੰ ਪ੍ਰੇਮ ਦਾ ਤੀਰ ਲੱਗ ਜਾਵੇ, ਗੁਰੂ ਦੇ ਸ਼ਬਦ ਦੀ ਚੋਟ ਲੱਗ ਜਾਵੇ, ਉਹ ਦੁਨੀਆ ਤੇ ਅਸਥਿਰ ਹੋ ਜਾਂਦੇ ਨੇ। ਉਹੀ ਧਣੀ ਨੇ, ਉਹੀ ਅਮੀਰ ਨੇ ਜਿਹੜੇ ਪ੍ਰਮਾਤਮਾ ਦੀ ਓਟ ਆਸਰਾ ਲੈ ਕੇ ਦੁਨੀਆ ਤੇ ਚੱਲਦੇ ਨੇ। ਸੋ ਉਹਨਾਂ ਦਾ ਆਇਆ ਮਹਾਰਾਜ ਕਹਿੰਦੇ ਪ੍ਰਵਾਨ ਹੈ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਨੂੰ ਲਾਏ ਤਿਸ ਲੱਗੈ, ਲੱਗੀ ਤਾ ਪਰਵਾਨ। ਹੁਣ ਸਾਰੇ ਹੀ ਤੁਸੀਂ ਬਾਣੀ ਸੁਣਦੇ ਹੋ, ਰੱਬ ਦੇ ਗੀਤ ਸੁਣਦੇ ਹੋ, ਕਿੰਨਿਆਂ ਕੁ ਦਾ ਸੰਸਾਰ ਦਾ ਮੋਹ ਛੁੱਟਿਆ ਹੈ, ਬੜੇ ਥੋੜੇ ਹੋਣਗੇ। ਸੋ ਮਹਾਰਾਜ ਕਹਿੰਦੇ ਨੇ ਜਿਹਦੇ ਤੇ ਪ੍ਰਮਾਤਮਾ ਕਿਰਪਾ ਕਰੇ ਉਹਨੂੰ ਹੀ ਨਾਮ ਦਾ ਤੀਰ ਲੱਗਦਾ ਹੈ, ਉਹਦਾ ਹੀ ਜਿਹੜਾ ਜੀਵਨ ਹੈ ਗੁਰੂ ਦੇ ਹੁਕਮ ਵਿੱਚ ਚੱਲੇਗਾ। ਪਰਮਾਤਮਾ ਜਦੋਂ ਨੇੜੇ ਨਾ ਲਾਉਣਾ ਚਾਹਵੇ, ਲੱਖ ਯਤਨ ਕਰੋ, ਅਸੀਂ ਨੇੜੇ ਨਹੀਂ ਲੱਗ ਸਕਦੇ। ਆਪ ਜਿਨ੍ਹਾਂ ਨੂੰ ਚਰਨੀ ਲਾ ਲਵੇ, ਆਪ ਜਿਨ੍ਹਾਂ ਤੇ ਸ਼ਬਦ ਦੀ ਚੋਟ ਕਰ ਦਵੇ, ਉਹਨਾਂ ਨੂੰ ਹੀ ਕਬੂਲ ਕਰਦਾ ਹੈ, ਉਹਨਾਂ ਨੂੰ ਹੀ ਪ੍ਰਵਾਨ ਕਰਦਾ ਹੈ। ਉਹਦੀ ਮਰਜ਼ੀ ਹੈ, ਅਰਦਾਸ ਸਾਰੇ ਹੀ ਕਰਦੇ ਨੇ ਪ੍ਰਵਾਨਗੀ ਬਖਸ਼। ਮਹਾਰਾਜ ਬਾਣੀ ਵਿੱਚ ਕਹਿੰਦੇ ਲਾਗੀ ਚੋਟ ਮਰਮ ਕੀ, ਰਹਿਓ ਕਬੀਰਾ ਠੌਰ। ਕਬੀਰ ਜੀ ਨੂੰ ਨਾਮ ਦੀ ਚੋਟ ਲੱਗੀ, ਨਾਮ ਦਾ ਤੀਰ ਲੱਗਿਆ। ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਕਬੀਰ ਜੀ ਸਥਿਤ ਹੋ ਗਏ,
ਕਹਿੰਦੇ ਮੈਂ ਟਿਕ ਗਿਆ। ਸੋ ਉਹੀ ਚਰਨਾਂ ਵਿੱਚ ਟਿਕਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਆਪ ਟਿਕਾਉਂਦਾ ਹੈ। ਦੂਸਰੇ ਤੇ ਆਉਂਦੇ ਨੇ ਗੁਰੂ ਘਰ, ਗੀਤ ਰੱਬ ਦੇ ਸੁਣਦੇ ਨੇ, ਕਿੱਥੇ ਟਿਕਾ ਆਉਂਦਾ ਹੈ, ਕਿੱਥੇ ਨਿਰੰਕਾਰ ਨਾਲ ਮੋਹ ਬਚਦਾ ਹੈ। ਗੁਰੂ ਸਾਹਿਬ ਆਪ ਹੀ ਕਿਰਪਾ ਕਰਨ ਤੇ ਪ੍ਰੇਮ ਪੈਦਾ ਹੁੰਦਾ ਹੈ। ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਪਿਰਮ ਪੈ ਕਾਮ ਨਾ ਨਿਕਲੈ, ਲਾਇਆ ਤਿਨ ਸੁਜਾਨ। ਪਿਰਮ ਦਾ ਭਾਵ ਹੈ ਪ੍ਰੇਮ। ਪੈਕਾਮ, ਪੈਕਾਨ ਤੋਂ ਬਣਿਆ ਫਾਰਸੀ ਦਾ ਲਫ਼ਜ਼ ਹੈ। ਤੀਰ ਦੇ ਸਿਰੇ ਨੂੰ ਕਹਿੰਦੇ ਨੇ, ਤੀਰ ਦੀ ਤਿੱਖੀ ਨੋਕ ਨੂੰ ਕਹਿੰਦੇ ਨੇ। ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪ੍ਰੇਮ ਰੂਪੀ ਪੈਕਾਮ, ਪ੍ਰੇਮ ਰੂਪੀ ਤੀਰ, ਸੰਦੇਸ਼ ਰੂਪੀ ਤੀਰ, ਸ਼ਬਦ ਰੂਪੀ ਤੀਰ ਜਿਨ੍ਹਾਂ ਦੇ ਲੱਗ ਗਿਆ ਸੀਨੇ ਵਿੱਚ, ਕਹਿੰਦੇ ਉਹ ਨਿਕਲਦਾ ਨਹੀਂ ਹੈ। ਪਰਮਾਤਮਾ ਸੁਜਾਨ ਜੋ ਹੈ, ਜਦੋਂ ਨਾਮ ਦਾ ਤੀਰ ਮਾਰਦਾ ਹੈ, ਉਹ ਫਿਰ ਤੀਰ ਐਸਾ ਦਿਲ ਵਿੱਚ ਲੱਗਦਾ ਹੈ, ਐਸਾ ਪ੍ਰੇਮ ਪੈਦਾ ਹੋ ਜਾਂਦਾ ਹੈ ਜੋ ਕਦੇ ਮਿਟਦਾ ਨਹੀਂ ਹੈ। ਪ੍ਰੇਮ ਦਾ ਲੱਗਿਆ ਹੋਇਆ ਤੀਰ ਕਦੇ ਨਿਕਲਦਾ ਨਹੀਂ ਹੈ। ਉੱਤਮ ਸੁਜਾਨ ਗਿਆਨਵਾਨ ਚਤੁਰਦਾਨੇ ਸਤਿਗੁਰਾਂ ਨੇ ਜਦੋਂ ਨਾਮ ਦਾ ਤੀਰ ਛੱਡਿਆ, ਐਸਾ ਮਨ ਵਿੱਚ ਲੱਗਿਆ ਹੁਣ ਗੁਰੂ ਦਾ ਦਰ ਛੱਡਿਆ ਨਹੀਂ ਜਾ ਸਕਦਾ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ RAM ਰਾਜੇ, ਜਿਸ ਲਾਗੀ ਪੀਰ ਪਿਰਮ ਕੀ, ਸੋ ਜਾਣੈ ਜਰੀਆ। ਮਹਾਰਾਜ ਕਹਿੰਦੇ ਨੇ, ਪਰਮਾਤਮਾ ਦੇ ਨਾਮ ਦਾ, ਬਾਣੀ ਦਾ ਜਿਹੜਾ ਤੀਰ ਹੈ, ਅਣਿਆਲਾ ਤੀਰ ਹੈ, ਬੜਾ ਤਿੱਖਾ ਤੀਰ ਹੈ। ਇੱਕ ਵਾਰ ਲੱਗ ਜਾਵੇ ਤੇ ਇਹ ਨਿਕਲਦਾ ਨਹੀਂ ਹੈ। ਔਰ ਜਿਨ੍ਹਾਂ ਨੂੰ ਪ੍ਰੇਮ ਦਾ ਤੀਰ ਲੱਗਿਆ, ਉਹ ਉਸ ਆਨੰਦ ਨੂੰ ਜਾਣਦੇ ਨੇ। ਬਾਕੀਆਂ ਦੇ ਭਾਦੀਆਂ ਤੇ ਵਾਧੂ ਗੱਲਾਂ ਨੇ। ਮਹਾਰਾਜ ਕਹਿੰਦੇ, ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰਿਆ। ਜਿਉਂਦਿਆਂ ਜੀ ਜਿਹੜੇ ਪ੍ਰੇਮ ਪਰਮਾਤਮਾ ਦਾ ਪ੍ਰਗਟ ਕਰ ਗਏ, ਸੰਸਾਰ ਦੇ ਮੋਹ ਵੱਲੋਂ ਮਰ ਗਏ, ਉਹੀ ਮੁਕਤ ਅਖਵਾਏ ਨੇ ਜਿਨ੍ਹਾਂ ਨੂੰ ਨਾਮ ਦਾ ਤੀਰ ਲੱਗਿਆ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਹੁਕਮ ਕਰਦੇ ਨੇ, ਭਾਂਡਾ ਧੋਵੈ ਕੌਣ, ਜੇ ਕੱਚਾ ਸਾਜਿਆ। ਭਾਂਡਾ ਪਾਤਰ ਨੂੰ ਕਿਹਾ ਹੈ, ਬਰਤਨ ਨੂੰ ਕਿਹਾ ਹੈ, ਇਸ ਸਰੀਰ ਨੂੰ ਕਿਹਾ ਹੈ। ਮਹਾਰਾਜ ਕਹਿੰਦੇ ਨੇ, ਲੱਖ ਇਸ ਭਾਂਡੇ ਨੂੰ ਤੁਸੀਂ ਧੋ ਲਵੋ, ਇਹ ਪਵਿੱਤਰ ਨਹੀਂ ਹੋਵੇਗਾ। ਇਹਦਾ ਮਤਲਬ ਇਹ ਨਹੀਂ ਮਹਾਰਾਜ ਨੇ ਕਿਹਾ ਵੀ ਨਹਾਉਣਾ ਹੀ ਛੱਡ ਦਿਓ, ਮਹੀਨਾ ਮਹੀਨਾ ਨਹਾਇਆ ਹੀ ਨਾ ਕਰੋ। ਇਹ ਬੜਾ ਕੀਮਤੀ ਮਨੁੱਖਾ ਜਾਮਾ ਹੈ, ਇਹਨੂੰ ਸਾਜਣਾ ਸਵਾਰਨਾ ਇਹ ਗੁਰਾਂ ਦਾ ਹੁਕਮ ਹੈ। ਕਦੇ ਰਹਿਤਨਾਮੇ ਪੜ੍ਹਿਓ। ਮਹਾਰਾਜ ਕਹਿੰਦੇ, ਇਸ਼ਨਾਨ ਕਰੋ, 2 ਸਮੇਂ ਕੰਘਾ ਕਰੋ, ਦਸਤਾਰੇ ਚਲਾਓ, ਸਾਂਭ ਸੰਭਾਲ ਕਰੋ। ਬੜੇ ਲੰਮੇ ਗੇੜ ਤੋਂ ਬਾਅਦ, 84 ਲੱਖ ਜੂਨਾਂ ਤੋਂ ਬਾਅਦ ਇਹ ਕੀਮਤੀ ਸਰੀਰ ਮਿਲਿਆ ਹੈ। ਸੋ ਇੱਥੇ ਭਾਵ ਇਹ ਹੈ ਵੀ ਜੇ ਮਨ ਕਰਕੇ ਮੈਲਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਮਨ ਤੇਰਾ ਗਲਤਾਨ ਹੈ, ਤੇ ਤੂੰ ਆਖੇ ਵੀ ਇਸ ਮਿੱਟੀ ਦੇ ਭਾਂਡੇ ਨੂੰ, ਸਰੀਰ ਨੂੰ ਧੋ ਕੇ ਸਾਫ਼ ਕਰ ਲਵੇਂ, ਏਦਾਂ ਪਾਪ ਨਹੀਂ ਮਿਟਣੇ, ਏਦਾਂ ਸਫਾਈ ਨਹੀਂ ਹੋਣੀ। ਇਹਨੂੰ ਸਾਜਿਆ ਹੀ ਕੱਚਾ ਹੈ, ਉਸਨੇ ਬਣਾਇਆ ਹੀ ਕੱਚਾ ਹੈ। ਮਿੱਟੀ ਨੂੰ ਜਿੰਨਾ ਵੀ ਝਾੜੀ ਜਾਓ ਉਹ ਸਾਫ਼ ਨਹੀਂ ਹੋਣ ਵਾਲੀ। ਲਾਖੇ ਦੀ ਸ਼ੁੱਧਤਾ ਕਰੋ ਤੁਸੀਂ, ਇਹ ਕੱਚਾ ਸਾਜਿਆ ਹੋਇਆ, ਸਿਰਜਿਆ ਹੋਇਆ ਜਿਹੜਾ ਭਾਂਡਾ ਹੈ, ਸਾਫ਼ ਨਹੀਂ ਹੁੰਦਾ। ਬਾਣੀ 'ਚ ਇੱਕ ਜਗ੍ਹਾ ਆਉਂਦਾ ਹੈ, ਨਵੈ ਛਿਦਰ ਸਰਵਹਿ ਅਪਵਿੱਤਰਾ। ਸਰੀਰ ਵਿੱਚ 9 ਛੇਕ ਨੇ। ਗੰਦਗੀ ਦੇ 2 ਛੇਕ ਨੇ, 2 ਨਾਸਾਂ, 2 ਕੰਨ, 2 ਅੱਖਾਂ। ਇਦਾਂ ਜਿਹੜੇ ਸਰੀਰ ਦੇ ਸਾਡੇ 9 ਛੇਕ ਨੇ ਮੂੰਹ ਪਾ ਕੇ, 10ਵਾਂ ਦਵਾਰ ਹੈ, ਉੱਥੇ ਛੇਕ ਕੋਈ ਨਹੀਂ, ਉਹਦਾ ਜ਼ਿਕਰ ਆਪਾਂ ਨਹੀਂ ਕਰਦੇ। ਜਿਹੜੇ ਇਹ 10 ਚੋਂ 9 ਛੇਕ ਨੇ, ਸਰਵਹਿ ਅਪਵਿੱਤਰਾ, ਇਹਨਾਂ ਚੋਂ ਗੰਦ ਹੀ ਨਿਕਲਦਾ ਹੈ। ਕਿਧਰੋਂ ਗਿੱਡ ਨਿਕਲਦੀ ਹੈ, ਕਿਧਰੋਂ ਥੁੱਕ ਨਿਕਲਦਾ ਹੈ,
किधरों गंदगी निकलती है, विष्ठा निकलती है, तो की ਇਹਦਾ पवित्र करेगा? कहते ਇਹਦੇ ਵਿੱਚ है ही निरा गंद है। शरीर ओ पाक अखवाया अध बोधा होया, सजदे उसनू होए, जन नानक सतगुर पूजिया तिन हर पूज करावा। ਜਿਹੜੇ ਗੁਰੂ ਪਰਮੇਸ਼ਰ ਦੇ ਗੀਤ ਗਾਉਂਦੇ ਉਹਨਾਂ ਦੇ ਸਰੀਰ ਨੂੰ ਲੋਕ ਮੱਥਾ ਟੇਕੀ ਜਾਂਦੇ ਨੇ। ਭਾਈ ਰੇ ਸੰਤ ਜਨਾ ਕੀ ਰੇਣ, ਵੈਸੇ ਕੱਲਾ ਪਾਣੀ ਦੇ ਨਾਲ ਧੋਤਿਆਂ ਕਹਿੰਦੇ ਪਵਿੱਤਰਤਾ ਨਹੀਂ ਹੋਣੀ। ਇਹ ਸਾਜਿਆ ਹੀ ਕੱਚਾ ਹੈ। ਸਾਜਿਆ ਕਾਹਦੇ ਤੋਂ ਹੈ? ਅੱਗੇ ਗੁਰੂ ਨਾਨਕ ਸਾਹਿਬ ਹੁਕਮ ਕਰਦੇ ਨੇ, ਧਾਤੂ ਪੰਜ ਰਲਾਏ ਕੂੜਾ ਪਾਜਿਆ। ਕਹਿੰਦੇ ਨੇ ਹਵਾ, ਪਾਣੀ, ਮਿੱਟੀ, ਅੱਗ, ਆਕਾਸ਼, ਪੰਜ ਤੱਤ ਰਲਾਉਣੇ ਕੀਤੇ, ਗੁੰਨਣੇ ਕੀਤੇ। ਪਰਮਾਤਮਾ ਨੇ ਮਾਤਾ ਦੇ ਗਰਭ ਵਿੱਚ ਭਾਂਡਾ ਤਿਆਰ ਕੀਤਾ ਹੈ, ਪਰ ਬਣਾਇਆ ਕੂੜਾ ਹੀ ਹੈ, ਭਾਵ ਮਿਟਣ ਵਾਲਾ, ਜੋ ਸਦਾ ਰਵੇਗਾ ਨਹੀਂ। ਇਹਦਾ ਪਾਜ ਇੱਕ ਨਾ ਇੱਕ ਦਿਨ ਉੱਧੜ ਜਾਂਦਾ ਹੈ। ਜਿਨ੍ਹਾਂ ਤੱਤਾਂ ਚੋਂ ਪ੍ਰਗਟ ਹੋਇਆ ਉਹਨਾਂ ਤੱਤਾਂ ਦੇ ਵਿੱਚ ਇਹ ਅਭੇਦ ਹੋ ਜਾਂਦਾ ਹੈ। ਤੁਸੀਂ ਵੇਖੋ, ਜਦੋਂ ਬੰਦਾ ਮਰਦਾ ਹੈ, ਸੂਖਸ਼ਮ ਸਰੀਰ, ਹਵਾ, ਜੋਤ ਨਿਕਲ ਗਈ, ਉਹ ਪਰਮਾਤਮਾ ਵਿੱਚ ਅਭੇਦ ਹੋ ਗਈ, ਛੱਲਾਂ ਸਾਗਰ ਵਿੱਚ ਮਿਲ ਗਈਆਂ। ਹੁਣ ਦੇਖੋ, ਜਦੋਂ ਸਰੀਰ ਦਾ ਸੰਸਕਾਰ ਹੋਇਆ, ਹੱਡੀਆਂ ਮਿੱਟੀ 'ਚ ਮਿਲ ਗਈਆਂ, ਹਵਾ ਆਈ, ਉਹ ਜਿਹੜੀ ਸੁਆਹ ਸੂਹ ਸੀ ਉਹ ਤੱਤ ਹਵਾ ਵਿੱਚ ਚਲੇ ਗਏ। ਬਚਿਆ ਖੁਚਿਆ ਮਾਲ ਇਕੱਠਾ ਕਰਕੇ ਤੇ ਅਸੀਂ ਪਾਣੀ 'ਚ ਪਾ ਦਿੱਤਾ, ਜਲ ਪ੍ਰਵਾਹ ਕਰ ਦਿੱਤਾ। ਤੱਤਾਂ 'ਚ ਤੱਤ ਅਭੇਦ ਹੋ ਗਏ, ਹੈ ਕੁਝ ਵੀ ਨਹੀਂ ਕਹਿੰਦੇ। ਲਫ਼ਜ਼ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਜਿਹੜਾ ਵਰਤਿਆ ਹੈ ਨਾ, ਇਹਨੂੰ ਧਿਆਨ ਨਾਲ ਸਮਝਿਓ। ਪਾਜਿਆ, ਪਾਜਿਆ ਦਾ ਭਾਵ ਹੁੰਦਾ ਹੈ ਇਹ ਕੋਈ ਲਿਬਾਸ ਚੜਾ ਦੇਣਾ। ਜਿਵੇਂ ਅੱਖਾਂ 'ਚ ਆਪਾਂ ਸੁਰਮਾ ਪਾ ਦਿੰਨੇ, ਜਿਵੇਂ ਕੋਈ ਆਪਾਂ ਬੈੱਡ ਦੇ ਉੱਪਰ ਚਾਦਰ ਵਿਛਾ ਦਿੰਨੇ ਆ। ਕਹਿੰਦੇ ਦੇਖ ਇਸ ਸਰੀਰ ਦਾ ਵਜੂਦ ਕਿੱਡਾ ਮੈਲਾ ਹੈ। ਬਿਸਟਾ ਅਸਤ ਰਕਤ ਪਰੇਟੇ ਚਾਮ, ਇਸ ਉਪਰਲੇ ਰਾਖਿਓ ਗਮਾਨ। ਕਹਿੰਦੇ ਵਿਸ਼ਟਾ ਹੈ, ਗੰਦਗੀ ਹੈ, ਲਹੂ ਹੈ, ਉੱਤੋਂ ਸੋਹਣਾ ਜਿਹਾ ਮਾਸ ਚੜਾ ਕੇ ਪਰਮਾਤਮਾ ਨੇ ਟਕਿਆ ਹੋਇਆ ਹੈ, ਤੇ ਥੱਲੇ ਨਿਰੀ ਗੰਦਗੀ। ਤੇ ਜਦੋਂ ਚੰਮ ਸੜਦਾ ਹੈ ਤੇ ਵੇਖਣ ਨੂੰ ਚਿੱਤ ਨਹੀਂ ਕਰਦਾ ਇਹਦੇ ਵੱਲ। ਕਹਿੰਦੇ ਫਿਰ ਗੰਦਗੀ ਦਾ ਕਾਹਦਾ ਗੁਮਾਨ ਹੈ, ਇਸ ਮਿੱਟੀ ਦਾ ਕਾਹਦਾ ਮਾਣ ਹੈ। ਮਹਾਰਾਜ ਕਹਿੰਦੇ ਨੇ, ਪਾਂਚ ਤਤ ਕੋ ਤਨ ਰਚਿਓ, ਜਾਨਹੁ ਚਤੁਰ ਸੁਜਾਨ। ਜਿਹਤੇ ਉਪਜਿਓ ਨਾਨਕਾ ਲੀਨ, ਤਾਹੇ ਮੈਂ ਮਾਨ। ਜਿੱਥੋਂ ਸਰੀਰ ਪੈਦਾ ਹੋਇਆ ਉੱਥੇ ਮਿਟ ਜਾਵੇਗਾ। ਇੱਕ ਸ਼ਾਇਰ ਚਕਬਸਤ ਬ੍ਰਿਜ ਨਾਰਾਇਣ, ਉਹ ਪ੍ਰਜ਼ੋਰ ਕਲਮ ਨਾਲ ਇਸ ਸਰੀਰ ਦੀ ਰਚਨਾ ਬਾਬਤ ਲਿਖਦਾ ਹੈ। ਜ਼ਿੰਦਗੀ ਕਿਆ ਹੈ ਅਨਾਸਿਰ ਮੈਂ ਜ਼ਹੂਰੇ ਤਰਤੀਬ, ਮੌਤ ਕਿਆ ਹੈ ਇਨਹੀ ਅਜ਼ਾ ਕਾ ਪਰੇਸ਼ਾਨ ਹੋਣਾ। ਕਹਿੰਦਾ ਜ਼ਿੰਦਗੀ ਹੈ ਕੀ ਹੈ? ਤੱਤਾਂ ਨੂੰ ਇਕੱਤਰ ਕੀਤਾ, ਇੱਕ ਢਾਂਚਾ ਤਿਆਰ ਹੋ ਗਿਆ। ਜਦੋਂ ਤੱਤ ਖਿੱਲਰ ਜਾਂਦੇ ਨੇ, ਵਜੂਦ ਬੰਦੇ ਦਾ ਮਿਟ ਜਾਂਦਾ ਹੈ। ਸੋ ਇਹਦੇ ਤੇ ਮਾਣ ਕਾਹਦਾ, ਇਹਦੇ ਤੇ ਹੰਕਾਰ ਕਾਹਦਾ ਹੈ? ਅੱਗੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਾਂਡਾ ਆਣਗ ਰਾਸ ਜਾਂ ਤਿਸ ਭਾਵ ਸੀ। ਮਹਾਰਾਜ ਆਖਣ ਲੱਗੇ, ਸਰੀਰ ਰੂਪੀ ਭਾਂਡਾ, ਆਣਗ ਤੋਂ ਭਾਵ ਹੈ ਆਇਆ, ਪਰਮਾਤਮਾ ਨੂੰ ਰਾਸ। ਉਹ ਕਿਹੜਾ ਭਾਂਡਾ ਹੈ, ਕਿਹੜਾ ਸਰੀਰ ਹੈ ਜਿਹੜਾ ਉਸ ਨੂੰ ਪਾਇਆ ਹੈ? ਜਿਸ ਸਰੀਰ ਦੇ ਵਿੱਚ ਪਰਮਾਤਮਾ ਦਾ ਨਾਮ ਪ੍ਰਗਟ ਹੈ, ਉਹੀ ਭਾਂਡਾ ਉਸ ਨੂੰ ਰਾਸ ਆਵੇਗਾ। ਜਿਹੜਾ ਉਹਦੇ ਗੀਤ ਗਾਵੇਗਾ ਉਸ ਨੂੰ ਚੰਗਾ ਲੱਗੇਗਾ। ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ, ਕਰ ਸਨ ਤਖਤ ਸਲਾਮ ਲਿਖਿਆ ਪਾਵਸੀ। ਕਿਧਰੇ ਸਰੀਰ ਵੇਖੋ ਗੰਦਗੀ ਦਾ ਪੁਤਲਾ ਹੈ, ਕਿਧਰੇ ਸੱਚੇ ਦੇ ਗੀਤ ਗਾਵੇ
ਸਾਹਿਬ ਨੂੰ ਭਾ ਜਾਵੇ ਤੇ ਤਖਤਾਂ ਤੇ ਬਹਿਣ ਵਾਲੇ ਵੀ ਉਸ ਸਰੀਰ ਨੂੰ ਸਜਦਾ ਬਏ ਕਰਦੇ ਨੇ, ਉਸ ਮਹਾਪੁਰਸ਼ ਅੱਗੇ ਸਿਰ ਝੁਕਾਉਂਦੇ ਨੇ। ਸੰਤ ਅਤਰ ਸਿੰਘ ਮਹਾਰਾਜ ਅੱਗੇ, ਮਹਾਰਾਜਾ ਪਟਿਆਲਾ, ਮਹਾਰਾਜਾ ਜੀਂਦ, ਮਹਾਰਾਜਾ ਨਾਭਾ, ਇੱਥੋਂ ਤੱਕ ਜਾਰਜ ਪੰਚਮ ਇੰਗਲੈਂਡ ਦੇ ਮਹਾਰਾਜਾ ਵੀ ਸਜਦਾ ਕਰਦੇ ਰਹੇ ਨੇ। ਇਹ ਨਾਮ ਦੀ ਮਹਿਮਾ ਹੈ, ਇਹ ਨਾਮ ਦੀ ਬਰਕਤ ਹੈ, ਇਹ ਗੁਰੂ ਨਾਨਕ ਸਾਹਿਬ ਦੇ ਗੀਤ ਗਾਉਣ ਵਾਲਿਆਂ ਦੀ ਅਜ਼ਮਤ ਹੈ। ਦਿੱਲੀ ਦੇ ਵਿੱਚ ਨਾ ਜਾਰਜ ਪੰਚਮ ਆਉਂਦਾ ਹੈ, ਐਲਾਨ ਕਰਦਾ ਹੈ ਵੀ ਭਾਰਤ ਵਰਸ਼ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਮੈਂ ਦਿਦਾਰੇ ਕਰਨਾ ਚਾਹੁੰਦਾ ਉਹਨਾਂ ਦੇ। ਸਾਰੇ ਆਪੋ ਆਪਣੇ ਧਰਮ ਦੇ ਗ੍ਰੰਥ ਲੈ ਕੇ ਆਏ। ਜਾਰਜ 5 ਬੈਠਾ ਹੈ ਤਖਤ ਤੇ, ਕਿਉਂਕਿ ਜਿੰਨੀਆਂ ਵੀ ਕਲੋਨੀਜ਼ ਸਨ ਸਾਰੇ ਗੁਲਾਮ ਸਨ ਇੰਗਲੈਂਡ ਦੇ, ਉਹ ਰਾਜਾ ਸੀ ਸਾਰਿਆਂ ਦਾ। ਸੰਤ ਅਤਰ ਸਿੰਘ ਮਹਾਰਾਜ ਹਾਥੀ ਤੇ ਸਵਾਰ ਨੇ, ਗੁਰੂ ਗ੍ਰੰਥ ਸਾਹਿਬ ਦੇ ਚੌਰ ਕਰਦੇ ਆਉਣ। ਮਹਾਰਾਜਾ ਪਟਿਆਲਾ ਵੀ ਨਾਲ, ਰਾਜਾ ਫਰੀਦਕੋਟ ਵੀ ਨਾਲ, ਰਾਜਾ ਨਾਭਾ ਵੀ ਨਾਲ ਤੁਰੇ ਆਉਣ ਸਾਰੇ। ਜਾਰਜ ਪੰਚਮ ਨੇ ਮਸਤਕ ਵੇਖਿਆ ਮਹਾਰਾਜ ਬਾਬਾ ਅਤਰ ਸਿੰਘ ਹੁਣਾਂ ਦਾ, ਜਿਹੜਾ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਵੇਖ ਕੇ ਨਾ ਉੱਠਿਆ, ਉਹ ਤਖਤ ਤੋਂ ਉੱਠ ਕੇ ਅੱਗੇ ਹੋਇਆ ਹੈ। ਬਾਬਾ ਅਤਰ ਸਿੰਘ ਹਾਥੀ ਤੋਂ ਉਤਰੇ ਔਰ ਵੇਖਦਿਆਂ ਹੀ ਮਹਾਰਾਜਾ ਪਟਿਆਲਾ ਆਦਿਕਾਂ ਨੂੰ ਕਹਿੰਦਾ ਵੀ ਇਹ ਤੁਹਾਡਾ ਗੁਰੂ ਹੈ। ਇਸ ਤੋਂ ਪਹਿਲਾਂ ਰਾਜੇ ਜਵਾਬ ਦਿੰਦੇ, ਸੰਤ ਅਤਰ ਸਿੰਘ ਆਖਣ ਲੱਗੇ, ਨਹੀਂ, ਮੈਂ ਤੇ ਝਾੜੂ ਬਰਦਾਰ ਹਾਂ, ਗੁਰੂ ਹਾਥੀ ਤੇ ਸੁਭਾਏਮਾਨ ਹੈ। ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕੀਤਾ। ਕਹਿੰਦੇ ਨੂਰਾਨੀ ਚਿਹਰਾ ਵੇਖ ਕੇ ਜਾਰਜ ਪੰਚਮ ਨੇ 5 ਪੌਂਡ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਿਆ ਸੰਤ ਅਤਰ ਸਿੰਘ ਹੁਣਾਂ ਨੂੰ। ਰਾਜਿਆਂ ਪੁੱਛਿਆ ਵੀ ਤੁਸੀਂ ਉੱਠੇ ਵੀ ਨਹੀਂ, ਧਾਰਮਿਕ ਗ੍ਰੰਥ ਕਿੰਨੇ ਆਏ, ਕਿੰਨੇ ਮਹਾਤਮਾ ਆਏ ਆਪਣੇ ਇਸ਼ਟ ਨੂੰ ਲੈ ਕੇ, ਇੱਧਰ ਮੱਥਾ ਟੇਕਿਆ ਜੇ, ਕੀ ਕਾਰਨ ਹੈ? ਕਹਿੰਦੇ ਜਿਹੜੀ ਜੀਸਸ ਕ੍ਰਾਈਸਟ ਦੇ ਵਿੱਚ ਅਕਾਲ ਪੁਰਖ ਦੀ ਅਗੰਮੀ ਜੋਤ ਗਿਣੀਂਦੀ ਹੈ, ਮੈਨੂੰ ਉਹ ਰੂਹ ਇਸ ਮਹਾਪੁਰਸ਼ ਵਿੱਚ ਨਜ਼ਰ ਹੀ ਆਈ ਹੈ। ਹਿਸਟਰੀ ਆਫ ਇੰਡੀਆ ਦੀਆਂ ਬਾਤਾਂ ਨੇ, ਵਾਧੂ ਦੇ ਘੜੇ ਹੋਏ ਕਿਸੇ ਨਹੀਂ। ਇਹ ਮਹਾਪੁਰਸ਼ਾਂ ਦਾ ਅਦਬ ਨਾਮ ਕਰਕੇ ਹੈ, ਮਹਾਪੁਰਸ਼ਾਂ ਦਾ ਅਦਬ ਬੰਦਗੀ ਕਰਕੇ ਹੈ। ਮੈਂ ਫਿਰ ਕਹਿ ਦਵਾਂ, ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਉਸ ਚੰਮ ਦੀ ਵੀ ਮਹਿਮਾ ਹੋ ਜਾਂਦੀ ਹੈ ਜਿਹੜਾ ਗੁਰੂ ਨਾਨਕ ਦੇ ਗੀਤ ਗਾਉਂਦਾ ਹੈ। ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਹੁਕਮ ਕਰਦੇ ਨੇ, ਪਰਮ ਜੋਤ ਜਾਗਾਏ ਵਾਜਾ ਵਾਵਸੀ। ਜਿਸ ਚੰਮ ਦੇ ਭਾਂਡੇ ਨੇ ਪ੍ਰਮਾਤਮਾ ਦੇ ਗੀਤ ਗਾਏ, ਜੋ ਪਰਮ ਜੋਤੀ ਹੈ, ਜੋ ਪਰਮ ਈਸ਼ਵਰ ਹੈ। ਪਰਮ ਦਾ ਮਤਲਬ ਹੁੰਦਾ ਸਭ ਤੋਂ ਵੱਧ ਕੇ, ਅਤਿਅੰਤ ਮਹਾਨ। ਜੋਤ ਕਿਉਂ ਕਿਹਾ ਉਸ ਨੂੰ? ਪ੍ਰਕਾਸ਼ ਸਰੂਪ ਹੈ ਉਹ। ਮਹਾਪੁਰਸ਼ਾਂ ਬੰਦਗੀ ਕੀਤੀ, ਪ੍ਰਮਾਤਮਾ ਉਹਨਾਂ ਦੇ ਅੰਦਰ ਤੇ ਸੀ, ਸਾਰਿਆਂ ਦੇ ਅੰਦਰ ਹੈ, ਪਰ ਪ੍ਰਗਟ ਨਹੀਂ ਆਪਾਂ ਕਰ ਪਾਉਂਦੇ। ਜਿਵੇਂ ਧਰਤੀ ਦੇ ਹੇਠਾਂ ਜਲ ਹੈ, ਖੂਹ ਪੁੱਟਣਾ ਪੈਂਦਾ ਪਾਣੀ ਨੂੰ ਕੱਢਣ ਲਈ, ਪਰਮਾਤਮਾ ਸਾਡੇ ਅੰਦਰ ਹੈ। ਪ੍ਰਗਟ ਕਰਨ ਲਈ ਉਹਨੂੰ ਆਵਾਜ਼ ਦੇਣੀ ਪੈਂਦੀ ਹੈ, ਨਾਮ ਜਪਣਾ ਪੈਂਦਾ ਹੈ। ਜਦੋਂ ਪਰਮ ਜੋਤੀ ਪ੍ਰਗਟ ਹੋਈ, ਦੁਨੀਆ ਦੇ ਉੱਤੇ ਉਸ ਚੰਮ ਦੇ ਭਾਂਡੇ ਦੇ ਨਾਮ ਦੇ ਵਾਜੇ ਵੱਜ ਉੱਠੇ, ਭਾਵ ਉਸ ਸੰਤ ਦੀ ਵਡਿਆਈ ਹੋਈ, ਪ੍ਰਮਾਤਮਾ ਜਿਹਨੇ ਪ੍ਰਗਟ ਕੀਤਾ। ਤੇ ਜਦੋਂ ਦੁਨੀਆ ਤੋਂ ਉਹ ਚਲਿਆ ਗਿਆ ਤੇ ਉਹਦੇ ਪਿੱਛੋਂ ਵੀ ਉਹਦੇ ਨਾਮ ਦੇ ਵਾਜੇ ਵੱਜਦੇ ਰਹੇ ਨੇ, ਜਿਹਦਾ ਅੰਤਸ਼ਕਰਨ ਸ਼ੁੱਧ ਹੋਇਆ, ਜਿਹਨੇ ਪ੍ਰਮਾਤਮਾ ਨੂੰ ਪ੍ਰਗਟ ਕਰ ਲਿਆ। ਉਹਦੀ ਦੁਨੀਆ ਦੇ ਵਿੱਚ ਜੈ ਜੈਕਾਰ ਹੁੰਦੀ ਹੈ। ਜਸ ਰੂਪੀ ਵਾਜਾ ਉਹਦੇ ਨਾਮ ਦਾ ਵੱਜਦਾ ਹੈ। ਦੂਸਰਾ ਭਾਵ ਹੈ, ਜਿਹਨੇ ਨਾਮ ਰੂਪੀ ਵਾਜਾ ਵਜਾਇਆ, ਗੀਤ ਗਾਏ, ਉਹਨੇ ਹੀ ਪਰਮ ਜੋਤੀ ਪ੍ਰਮਾਤਮਾ ਨੂੰ ਪ੍ਰਗਟ ਕੀਤਾ ਹੈ, ਪ੍ਰਾਪਤੀ ਕੀਤੀ ਹੈ। ਉਹਦਾ ਜਸ ਦੁਨੀਆ ਤੇ ਸਦਾ ਰਹਿੰਦਾ ਹੈ, ਉਹਦੀ ਜੈ ਜੈਕਾਰ ਦੁਨੀਆ ਤੇ ਸਦਾ ਰਹਿੰਦੀ ਹੈ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਜਿਨ੍ਹਾਂ ਗੁਰੂ ਨਾਨਕ ਸਾਹਿਬ ਤੋਂ ਸ਼ਬਦ ਲੈ ਕੇ ਨਾਮ ਦੇ ਵਾਜੇ ਵਜਾਏ, ਬਾਬਾ ਬੁੱਢਾ ਜੀ ਅਮਰ ਹੋ ਗਏ, ਅੱਜ ਵੀ ਉਹਨਾਂ ਦੇ ਨਾਮ ਦਾ ਵਾਜਾ ਵੱਜਦਾ ਹੈ। ਭਾਈ ਮਰਦਾਨਾ ਜੀ ਅਮਰ, ਭਾਈ ਬਾਲਾ ਜੀ ਅਮਰ, ਬਾਬਾ ਲਹਿਣਾ ਜੀ ਅਮਰ, ਸਾਰੇ ਹੀ ਅਮਰ ਨੇ ਗੁਰੂ ਨਾਨਕ ਸਾਹਿਬ ਦੀ ਕਦਮਬੋਸੀ ਕਰਨ ਵਾਲੇ। ਭਾਈ ਸ਼ੀਆਂ ਜੀ ਅਮਰ। ਇਹਨਾਂ ਚੋਂ ਇੱਕ ਮਹਾਪੁਰਸ਼ ਦੀ ਬਾਤ ਮੈਂ ਪਾਉਣਾ ਹੈ, ਭਾਈ ਮਰਦਾਨਾ ਜੀ। ਫੱਗਣ ਸੰਮਤ 1516 ਬਿਕਰਮੀ ਨੂੰ
1459 ਈਸਵੀ ਨੂੰ ਇਸ ਮਹਾਂਪੁਰਸ਼ ਦਾ ਜਨਮ ਰਾਏ ਭੋਏ ਦੀ ਤਲਵੰਡੀ ਹੁੰਦਾ ਹੈ। ਉਸ ਸਮੇਂ ਜ਼ਿਲ੍ਹਾ ਸ਼ੇਖੂਪੁਰ ਹੈ। ਮਹਾਤਮਾ ਦੇ ਪਿਤਾ ਦਾ ਨਾਮ ਭਾਈ ਬਾਦਰਾ ਸੀ, ਮਾਈ ਦਾ ਨਾਮ ਮਾਤਾ ਲੱਖੋ ਸੀ, ਔਰ ਇਹ 1595 ਬਿਕਰਮੀ ਵਿੱਚ ਪੂਰੇ ਹੋਏ ਸਨ। ਸਾਰੀ ਉਮਰ ਇਹਨਾਂ ਦੀ ਇੰਨੀ ਸੀ। ਬਾਣੀ ਦਾ ਇੱਕ ਫੁਰਮਾਨ ਹੈ, ਧਨ ਧਨ ਤੇ ਧਨ ਜਨ ਜਿਹੇ ਕਿਰਪਾਲ ਹਰ ਹਰ ਭਇਓ, ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹੂ ਥੇ ਰਹਿਓ। ਜਿੰਨਾ ਵੀ ਹਰੀ ਦੇ ਸਰੂਪ ਗੁਰੂ ਨਾਨਕ ਨੂੰ ਪਰਸਿਆ ਹੈ ਉਹ ਜੰਮਣ ਮਰਨ ਤੋਂ ਰਹਿਤ ਹੋ ਗਏ। ਭਾਈ ਨੰਦ ਲਾਲ ਫਾਰਸੀ ਵਿੱਚ ਗੰਜਨਾਮਾ ਲਿਖਦੇ ਹੋਏ ਕਹਿੰਦੇ ਨੇ, ਫਕਰਸ਼ ਸਰਫਰਾਜ਼ੇ ਫਕਰੇ ਕਾਮਿਲ ਮੁਕਰਮਤਸ਼ ਬਰ ਹਰਦੋ ਆਲਮ ਸ਼ਾਮਿਲ। ਕਹਿੰਦੇ ਐ ਗੁਰੂ ਨਾਨਕ, ਤੇਰੀ ਭਗਤੀ ਫਕੀਰਾਂ ਨੂੰ ਹੋਰ ਉੱਚਿਆਂ ਚੁੱਕਣ ਵਾਲੀ ਹੈ। ਤੇਰੇ ਦਰ ਤੇ ਇੱਜ਼ਤ ਪਾਉਣ ਵਾਲਿਆਂ ਦੀ ਇੱਜ਼ਤ ਇਸ ਲੋਕ ਦੇ ਨਾਲ ਨਾਲ ਪਰਲੋਕ ਵਿੱਚ ਵੀ ਹੁੰਦੀ ਹੈ। ਉਹਨਾਂ ਦੇ ਨਾਮ ਦਾ ਵਾਜਾ ਸਦਾ ਹੀ ਵੱਜਦਾ ਹੈ। ਗੁਰ ਤੇ ਨਾਮ ਪਾਈਐ ਵੱਡੀ ਵਡਿਆਈ। ਜਿਹੜਾ ਗੁਰੂ ਦੇ ਬਖਸ਼ੇ ਨਾਮ ਨੂੰ ਜਪੇਗਾ ਉਹਦੀ ਦੁਨੀਆ 'ਚ ਵਡਿਆਈ ਵੱਡੀ ਹੋ ਜਾਵੇਗੀ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿੱਚੋਂ ਪ੍ਰਮੁੱਖ ਸਿੱਖ ਸਨ, ਔਰ ਜਨਮ ਸਾਖੀਆਂ ਵਿੱਚ ਉਹਨਾਂ ਦੇ ਬਾਬਤ ਬੜੇ ਬਚਨ ਆਉਂਦੇ ਨੇ। ਉਹ ਬੜੇ ਮਹੱਤਵਪੂਰਨ ਪਾਤਰ ਸਨ। ਭਾਈ ਗੁਰਦਾਸ ਜੀ ਲਿਖਦੇ ਨੇ ਨਾ, ਫਿਰ ਬਾਬਾ ਆਇਆ ਬਗਦਾਦ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਗੁਰੂ ਨਾਨਕ ਸਾਹਿਬ ਕੌਣ ਨੇ? ਅਕਾਲ ਰੂਪ ਗੁਰੂ ਨਾਨਕ ਜਿਹੜੇ ਨੇ ਨਾ, ਬਾਣੀ ਨੇ ਮੋਹਰ ਲਾਈ ਹੈ ਲੋਕੋ, ਤੁਹਾਡੇ ਵਰਗੇ ਆਮ ਇਨਸਾਨ ਨਹੀਂ। ਗੁਰੂ ਨਾਨਕ, ਨਾਨਕ ਹਰ ਸੋਏ, ਪਰਮਾਤਮਾ ਹੀ ਗੁਰੂ ਨਾਨਕ ਹੈ, ਗੁਰੂ ਨਾਨਕ ਹੀ ਪਰਮੇਸ਼ਵਰ ਹੈ। ਨਾਨਕ ਇਸ ਦਾ ਗੁਰੂ, ਨਾਨਕ ਇਸ ਦਾ ਲਾਰਡ ਹਿਮਸੈਲਫ। ਤੇ ਦੂਜਾ ਨਾਲ ਬਾਬਾ ਮਰਦਾਨਾ ਹੈ। ਔਰ ਇਹਨਾਂ ਮਹਾਂਪੁਰਸ਼ਾਂ ਬਾਬਤ ਹੀ ਤੇ ਬਾਣੀ ਕਹਿੰਦੀ ਹੈ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ। ਐਸੀ ਵਡਿਆਈ ਮਹਾਂਪੁਰਸ਼ਾਂ ਦੀ ਜਿਨ੍ਹਾਂ ਗੁਰੂ ਨਾਨਕ ਦੀ ਸੇਵਾ ਕੀਤੀ, ਨਾਮ ਵਿੱਚ ਰੰਗੇ ਗਏ, ਅਕਾਲ ਪੁਰਖ ਦਾ ਹੀ ਰੂਪ ਹੋ ਗਏ। ਮਿਸ਼ਨਰੀ ਲਹਿਰ ਦੇ ਪਿਤਾਮਾ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ, ਰਾਏ ਭੋਏ ਦੀ ਤਲਵੰਡੀ ਤੋਂ ਲੈ ਕੇ ਖੁਰਮ ਦਰਿਆ ਅਫਗਾਨਿਸਤਾਨ ਤਾਈਂ 54 ਸਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲ ਰਹੇ ਨੇ। ਪਰ ਮੈਂ ਕਈ ਵਾਰ ਸੋਚਦਾ ਹੁੰਨਾ ਹੈ ਵੀ ਇਹ ਗਿਣਤੀਆਂ ਮਿਣਤੀਆਂ ਤੇ ਅਸੀਂ ਫਿਰ ਕਰੀਏ, ਅਗਰ ਗੁਰੂ ਨਾਨਕ ਸਾਹਿਬ ਦਾ ਸਾਥ ਭਾਈ ਮਰਦਾਨਾ ਛੱਡ ਗਏ ਹੋਣ ਤੇ। ਗੁਰੂ ਨਾਨਕ ਮੁਰਸ਼ਦ ਹੈ ਕਾਮਿਲ, ਔਰ ਗੁਰੂ ਨਾਨਕ ਦੇ ਪਿਆਰੇ ਸੇਵਕ ਭਾਈ ਮਰਦਾਨਾ ਜੀ ਦੀ ਜਿਹੜੀ ਵਸੀਅਤ ਹੈ ਉਹ ਤੇ ਅਨੰਤ ਕਾਲ ਦੀ ਹੈ। ਕਿਧਰੇ ਗੁਰੂ ਨਾਨਕ ਸਰਗੁਣ ਸਰੂਪ ਹੈ, ਚਰਨਾਂ 'ਚ ਭਾਈ ਮਰਦਾਨਾ ਸੇਵਾ ਕਰਦੇ ਨੇ, ਕਿਧਰੇ ਗੁਰੂ ਨਾਨਕ ਨਿਰਗੁਣ ਸਰੂਪ ਅਕਾਲ ਪੁਰਖ ਨੇ ਤੇ ਭਾਈ ਮਰਦਾਨਾ ਜੀ ਜੋਤ ਹੋ ਕੇ ਉਹਨਾਂ ਵਿੱਚ ਅਭੇਦ ਨੇ। ਰੂਹਾਨੀਅਤ ਦਾ ਰਿਸ਼ਤਾ ਹੈ। ਔਰ ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿੱਚ ਭਿੱਜ ਕਰਕੇ ਸਾਰਾ ਜੀਵਨ ਲੇਖੇ ਲਾਇਆ ਭਾਈ ਮਰਦਾਨੇ ਨੇ। ਅੰਤ ਸਮੇਂ ਸਮਾਂ ਐਸਾ ਬਣ ਗਿਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਸਨ। ਭਾਈ ਮਰਦਾਨਾ ਜੀ ਖੁਰਮ ਦਰਿਆ ਦੇ ਕੰਢੇ ਅਫਗਾਨਿਸਤਾਨ ਦਾ ਇਲਾਕਾ ਹੈ। ਸਰੀਰ ਬਿਰਧ ਹੋਇਆ ਸੀ। ਮਹਾਰਾਜ ਨੇ ਸਹਾਰਾ ਦੇ ਕੇ ਲਿਟਾਇਆ ਹੈ ਰੁੱਖ ਦੇ ਹੇਠਾਂ ਤੇ ਆਪਣੀ ਗੋਦ ਵਿੱਚ ਸਿਰ ਰੱਖ ਲਿਆ ਭਾਈ ਮਰਦਾਨੇ ਦਾ। ਗਲੂਏ ਮੁਬਾਰਕ ਤੋਂ ਆਖਣ ਲੱਗੇ, ਭਾਈ ਮਰਦਾਨਾ ਜੀ, ਉਹ ਘੜੀ ਆਉਣ ਵਾਲੀ ਹੈ ਜਦੋਂ ਇਨਸਾਨ ਇਹ ਮਿੱਟੀ ਦਾ ਚੋਲਾ ਤਿਆਗ ਦਿੰਦਾ ਹੈ। ਤੁਸੀਂ ਵੀ ਸਾਨੂੰ ਛੱਡ ਜਾਣਾ ਹੈ ਸਰੀਰਕ ਤੌਰ ਤੇ। ਇਹ ਦੱਸੋ ਵੀ ਤੁਹਾਨੂੰ
ਦਫਨਾ ਦਵਾਂ ਕਿ ਅਗਨ ਭੇਟ ਕਰਾਂ। ਭਾਈ ਮਰਦਾਨਾ ਜੀ ਚੁੱਪ। ਗੁਰੂ ਨਾਨਕ ਸਾਹਿਬ ਫਿਰ ਬੋਲੇ ਨੇ, ਭਾਈ ਜੀ ਤੁਸੀਂ ਸਾਰਾ ਜੀਵਨ ਸਾਡੀ ਸੇਵਾ ਕੀਤੀ ਹੈ, ਤੁਹਾਡੀ ਕੋਈ ਯਾਦਗਾਰੀ ਬਣਾ ਦਈਏ ਤੁਹਾਡੇ ਜਾਣ ਤੋਂ ਬਾਅਦ। ਭਾਈ ਮਰਦਾਨਾ ਜੀ ਫਿਰ ਖਾਮੋਸ਼। ਗੁਰੂ ਨਾਨਕ ਸਾਹਿਬ ਫਿਰ ਬੋਲੇ ਨੇ, ਪੁੱਛਦੇ ਨੇ, ਕੋਈ ਮਸਜਿਦ ਕੋਈ ਧਰਮਸ਼ਾਲਾ ਬਣਾਈਏ ਤੁਹਾਡੀ ਯਾਦ ਦੇ ਵਿੱਚ। ਹੁਣ ਬੋਲਿਆ ਭਾਈ ਮਰਦਾਨਾ, ਸਹਿਜੇ ਅੱਖਾਂ ਖੋਲੀਆਂ। ਬਾਪੂ ਦੀ ਗੋਦ ਵਿੱਚ ਪਿਆ ਕਹਿ ਰਿਹਾ ਸੀ, ਮਹਾਰਾਜ ਇਹ ਹੱਡ ਮਾਸ ਦੀ ਕੈਦ ਵਿੱਚੋਂ ਕੱਢ ਕੇ ਮਰਦਾਨੇ ਨੂੰ ਇੱਟਾਂ ਦੀ ਚੂਨੇ ਦੀ ਕੈਦ ਵਿੱਚ ਪਾਉਣ ਦੀਆਂ ਗੱਲਾਂ ਕਿਉਂ ਕਰਦੇ ਹੋ? ਮੈਂ ਜਾਣਦਾ ਹਾਂ ਤੁਸੀਂ ਐਸਾ ਨਹੀਂ ਕਰੋਗੇ। ਗੁਰੂ ਨਾਨਕ ਸਾਹਿਬ ਫਿਰ ਬੋਲੇ ਨੇ, ਭਾਈ ਮਰਦਾਨਾ ਜੀ ਖਾਲੀ ਹੱਥ ਥੋੜੀ ਤੁਹਾਨੂੰ ਜਾਣ ਦਵਾਂਗਾ। ਪ੍ਰੀਤ ਓੜਕ ਤੱਕ ਤੁਸੀਂ ਸਾਡੇ ਨਾਲ ਨਿਭਾਈ ਏ। ਜੋ ਮੰਗਣਾ ਹੈ ਮੰਗ ਲਓ, ਆਖੋ ਤੇ ਉਮਰਾਂ ਵਧਾ ਦਿਆਂ, ਆਖੋ ਤੇ ਦੌਲਤਾਂ ਸ਼ੋਹਰਤਾਂ ਬਖਸ਼ ਦਿਆਂ। ਬਾਣੀ ਦਾ ਫਰਮਾਨ ਹੈ ਨਾ, ਸਤਿਗੁਰ ਨੋ ਜਿਹਾ ਕੋ ਇਛਦਾ ਤੇਹਾ ਫਲ ਪਾਏ। ਕੋਏ ਜੋ ਵੀ ਤੁਸੀਂ ਚਾਹੁੰਦੇ ਹੋ ਗੁਰੂ ਉਹੀ ਕਰ ਸਕਦਾ ਹੈ। ਐਜ਼ ਵਨ ਫੀਲਸ towards the true Guru, so are the rewards he receives। ਜੋ ਇੱਛਾ ਕਰੇ ਉਹੀ ਬਾਪੂ ਨਾਨਕ ਦੇ ਸਕਦਾ ਹੈ। ਨਾਨਕ ਕਰਤਾ ਸਭ ਕਿਛ ਜਾਣਦਾ, ਜਿਦੂ ਕਿਛ ਗੁੱਜਾ ਨਾ ਹੋਏ। ਗੁਰੂ ਪਰਮੇਸ਼ਵਰ ਹੈ, ਸਭ ਜਾਣਨ ਵਾਲਾ ਹੈ, ਬਿਨ ਮੰਗਿਆ ਵੀ ਦੇਈ ਜਾਂਦਾ ਹੈ। ਭਾਈ ਮਰਦਾਨਾ ਜੀ ਬੋਲੇ, ਬਾਬਾ ਤੂੰ ਅਕਾਲ ਪੁਰਖ ਦਾ ਢਾਡੀ ਹੈ, ਡੂਮ ਹੈ, ਤੇ ਮੈਂ ਤੇਰਾ ਭੱਟ ਹਾਂ, ਮੈਂ ਤੇਰਾ ਡੂਮ ਹਾਂ, ਮੈਂ ਤੇਰੇ ਗੀਤ ਗਾਉਂਦਾ ਹਾਂ। ਤੂੰ ਪਰਮ ਈਸ਼ਵਰ ਦੇਖਿਆ ਹੈ, ਤੂੰ ਪ੍ਰਮਾਤਮਾ ਦੀ ਪ੍ਰਾਪਤੀ ਵਾਲਾ ਹੈ, ਪ੍ਰਮਾਤਮਾ ਦਾ ਸਰੂਪ ਹੈ। ਮੈਂ ਤੇਰੇ ਚਰਨੀ ਲੱਗਿਆ ਰਿਹਾ, ਸਾਰਾ ਜੀਵਨ ਤੇਰੇ ਨਾਲ ਰਹਿ ਕੇ ਅਕਾਲ ਪੁਰਖ ਦੇ ਹੁਕਮ ਵਿੱਚ ਤੇਰੇ ਗੀਤ ਗਾਏ ਨੇ। ਮੇਰੀ ਇੱਕੋ ਬੇਨਤੀ ਹੈ, ਜਦੋਂ ਇਹ ਸਰੀਰ ਮਿੱਟੀ ਹੋ ਜਾਵੇ, ਮੇਰੀ ਜੋਤ ਨੂੰ ਆਪਣੇ ਚਰਨਾਂ ਵਿੱਚ ਅਭੇਦਤਾ ਬਖਸ਼ ਦੇਈਂ, ਮੈਨੂੰ ਆਪਣੇ ਨਾਲੋਂ ਵਿਛੋੜ ਨਾ ਦੇਈਂ। ਸਰਗੁਣ ਸਰੂਪ ਦੀ ਸਾਰਾ ਉਮਰ ਸੇਵਾ ਕੀਤੀ ਹੈ, ਹੁਣ ਨਿਰਗੁਣ ਜੋਤ ਵਿੱਚ ਵੀ ਅਭੇਦਤਾ ਬਖਸ਼ ਦੇਈਂ। ਗੁਰੂ ਨਾਨਕ ਸਾਹਿਬ ਬੋਲੇ ਸਨ, ਭਾਈ ਮਰਦਾਨਿਆ ਤੇਰੇ ਉੱਪਰ ਸਾਡੀ ਬਹੁਤੀ ਖੁਸ਼ੀ ਹੈ। ਜਿੱਥੇ ਮੇਰਾ ਵਾਸਾ ਹੋਵੇਗਾ ਉਥੇ ਤੇਰਾ ਵਾਸਾ ਹੋਵੇਗਾ। ਬਾਣੀ ਕਹਿੰਦੀ ਹੈ, ਗੁਰੂ ਸਮੁੰਦ ਨਦੀ ਸਭ ਸਿੱਖੀ, ਨਹਾਤੈ ਜਿਤ ਵਡਿਆਈ। ਗੁਰੂ ਸਮੁੰਦਰ ਹੈ, ਸਿੱਖ ਨਦੀਆਂ ਨੇ। ਸਮੁੰਦਰ ਵਿੱਚ ਨਦੀਆਂ ਸਦਾ ਹੀ ਅਭੇਦ ਹੁੰਦੀਆਂ ਨੇ। ਗੁਰੂ ਨਾਨਕ ਸਾਹਿਬ ਸਰਗੁਣ ਸਰੂਪ ਸੀ ਤੇ ਭਾਈ ਮਰਦਾਨਾ ਸਥੂਲ ਸਰੀਰ ਲੈ ਕੇ ਚਰਨਾਂ ਵਿੱਚ ਰਿਹਾ। ਗੁਰੂ ਨਾਨਕ ਸਾਹਿਬ ਜੋਤ ਸਰੂਪ ਨੇ, ਭਾਈ ਮਰਦਾਨਾ ਜੋਤ ਹੋ ਕੇ ਉਹਨਾਂ ਵਿੱਚ ਅਭੇਦ ਹੋ ਗਿਆ। ਸਾਗਰ ਵਿੱਚ ਛੱਲਾਂ ਮਿਲ ਗਈਆਂ। ਅੱਜ ਗੁਰੂ ਨਾਨਕ ਸਾਹਿਬ ਸ਼ਬਦਾ ਅਵਤਾਰ ਵੀ ਨੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਤੇ ਜੇ ਗੁਰੂ ਨਾਨਕ ਸ਼ਬਦਾ ਅਵਤਾਰ ਹੋ ਕੇ ਪ੍ਰਗਟ ਹੈ, ਤੇ ਜਿੱਥੇ ਵੀ ਗੁਰੂ ਨਾਨਕ ਨੂੰ ਸ਼ਬਦ ਤੌਰ ਤੇ ਯਾਦ ਕੀਤਾ ਜਾਂਦਾ, ਭਾਈ ਮਰਦਾਨਾ ਰਬਾਬ ਬਣ ਕੇ, ਰਾਗ ਬਣ ਕੇ ਅੱਜ ਬਾਣੀ 'ਚ ਹੀ ਸਮਾਇਆ ਹੋਇਆ ਹੈ। ਹਰ ਜਗ੍ਹਾ ਗੁਰੂ ਨਾਨਕ ਸਾਹਿਬ ਦੇ ਉਹ ਨਾਲ ਹੈ। ਉਹ ਐਸੀ ਨਦੀ ਹੈ ਜੋ ਗੁਰੂ ਨਾਨਕ ਵਿੱਚ ਅਭੇਦ ਹੈ। ਕਾਮਲ ਫਕੀਰ ਦੁਨੀਆ ਤੋਂ ਰੁਖਸਤ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਹੱਥੀਂ ਅੰਤਿਮ ਰਸਮਾਂ ਇਸ ਮਹਾਪੁਰਸ਼ ਦੀਆਂ ਨਿਭਾਈਆਂ ਸਨ। ਫਿਰ ਰਾਏ ਭੋਏ ਦੀ ਤਲਵੰਡੀ ਨੂੰ ਚਲੇ ਗਏ ਸੀ। ਜੇ ਅੱਜ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਬਣ ਕੇ ਸਿੱਖਾਂ ਦੇ ਕੋਲ ਨੇ, ਤੇ ਬਾਬਾ ਮਰਦਾਨਾ ਕੀਰਤਨ ਬਣ ਕੇ ਗੁਰੂ ਪੰਥ ਦੇ ਕੋਲ ਹੀ ਬੈਠਾ ਹੈ। ਅੱਜ ਵੀ ਉਸ ਨੂੰ ਅਸੀਂ ਯਾਦ ਕਰਦੇ ਹਾਂ। ਇਹਨੂੰ ਬਾਣੀ ਕਹਿੰਦੀ ਹੈ, ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ।
ਵਾਏ ਸੀ ਜਿਨ੍ਹਾਂ ਗੁਰੂ ਕੋਲੋਂ ਹਰੀ ਦਾ ਨਾਮ ਲੈ ਕੇ ਜਪਿਆ ਏ, ਜਿਨ੍ਹਾਂ ਨੂੰ ਗੁਰੂ ਨਾਨਕ ਨੇ ਹਰੀ ਦੇ ਨਾਮ ਦਾ ਪ੍ਰਸ਼ਾਦ ਬਖਸ਼ਿਆ ਹੈ, ਜਿਸਨੇ ਨਾਮ ਦਾ ਅਭਿਆਸ ਕੀਤਾ, ਬਾਹ ਹੁਲਾਰ ਕੇ ਪੱਤ ਦੇ ਨਾਲ, ਇੱਜ਼ਤ ਦੇ ਨਾਲ ਉਹ ਦੁਨੀਆ ਤੋਂ ਚੱਲਦੇ ਨੇ, ਜੀਵਨ ਸਵਾਰ ਕੇ ਇਥੋਂ ਚਲੇ ਜਾਂਦੇ ਨੇ। ਵਾਜਾ ਵਾਇਸੀ ਦਾ ਮਤਲਬ ਹੈ ਉਹਨਾਂ ਦੇ ਪਿੱਛੋਂ ਵੀ ਉਹਨਾਂ ਦੇ ਨਾਮ ਦੇ ਵਾਜੇ ਵੱਜਦੇ ਹੀ ਰਹਿਣੇ ਨੇ, ਜੈ ਜੈਕਾਰ ਹੀ ਰਹਿਣੀ ਹੈ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਭਾਂਡਾ ਉਹ ਸਫਲਾ ਜਿਹਦੇ ਅੰਦਰ ਅਕਾਲ ਪੁਰਖ ਦਾ ਨਾਮ ਪ੍ਰਗਟ ਹੈ, ਉਹ ਮਨੁੱਖੇ ਜਾਮੇ ਦਾ ਲਾਹਾ ਪ੍ਰਾਪਤ ਕਰਕੇ ਦੁਨੀਆ ਤੋਂ ਜਾਂਦਾ ਹੈ। ਲੋਕ ਵੀ ਸਫਲਾ ਤੇ ਪ੍ਰਲੋਕ ਵੀ ਉਹਦਾ ਸਫਲਾ ਹੈ, ਉਹ ਮੁਕਤ ਹਸਤੀ ਹੈ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।